ਗੁਰੂ ਨਾਨਕ ਦੇਵ ਜੀ ਦੇ ਆਗਮਨ ਦੇ ਸੰਬੰਧ ਵਿੱਚ ਇਸ ਧਰਤੀ ਦੇ ਉੱਪਰ ਆ ਕੇ ਜੋ ਉਹਨਾਂ ਨੇ ਆਪਣੇ ਮਨਾਂ ਦੇ ਉੱਪਰ ਪਰਉਪਕਾਰ ਕੀਤਾ ਹੈ, ਸੰਸਾਰ ਦੀ ਜੋ ਹਾਲਤ ਹੈ, ਜੋ ਅੱਜ ਵੀ ਤੁਸੀਂ ਦੇਖ ਰਹੇ ਹੋ, ਉਸ ਮੌਕੇ ਦੇ ਹਾਲਾਤ ਵੀ ਮਹਾਰਾਜ ਨੇ ਆਪਦੀ ਬਾਣੀ ਦੇ ਵਿੱਚ ਲਿਖੇ ਨੇ ਕਿ ਇਨਸਾਨ ਦੇ ਮਨ ਦੀ ਭਟਕਣਾ ਨੂੰ ਦੂਰ ਕਰਨ ਵਾਸਤੇ ਜੋ ਧਾਰਮਿਕ ਸ਼ਖਸੀਅਤ ਹੁੰਦੀ ਹੈ, ਉਸ ਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਉਸ ਮੌਕੇ 'ਤੇ ਵੀ ਧਾਰਮਿਕ ਰੂਪ ਦੇ ਵਿੱਚ ਜਾਂ ਤਾਂ ਹਿੰਦੂ ਮਜ਼ਹਬ ਸੀ ਜਾਂ ਮੁਸਲਮਾਨਾਂ ਦੇ ਵਿੱਚ ਕਾਜੀ ਮੌਲਾਣੇ ਸਨ। ਹੁਣ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਦੇ ਹਾਲਾਤ ਦੱਸੇ ਨੇ। ਤੀਸਰਾ ਵਰਗ ਜੋਗੀਆਂ ਦਾ ਸੀ, ਜਿਹੜੇ ਘਰ ਗ੍ਰਸਤੀ ਦਾ ਤਿਆਗ ਕਰਕੇ ਤੇ ਯੋਗ ਮਤ ਧਾਰਨ ਕਰਕੇ ਉਹ ਜਪ ਕਰਦੇ ਸਨ, ਤਪ ਕਰਦੇ ਸਨ ਤੇ ਪਰਮਾਤਮਾ ਨੂੰ, ਪਰਮਾਰਥ ਨੂੰ ਪਾਉਣ ਦਾ ਉਪਰਾਲਾ ਕਰਦੇ ਸਨ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਤਿੰਨਾਂ ਦਾ ਹੀ ਹਾਲਾਤ ਵਰਣਨ ਕੀਤੇ ਨੇ ਵੀ ਨਾ ਤਾਂ ਕਾਜ਼ੀਆਂ ਵੱਲੋਂ ਕੋਈ ਸੇਧ ਮਿਲ ਰਹੀ ਸੀ, ਨਾ ਹੀ ਕਿਤੇ ਬ੍ਰਾਹਮਣ ਵਰਗ ਵੱਲੋਂ ਕੋਈ ਮਨੁੱਖੀ ਜਾਤੀ ਦੇ ਉਪਰਾਲੇ ਵਾਸਤੇ ਕੋਈ ਕੋਸ਼ਿਸ਼ ਕੀਤੀ ਜਾ ਰਹੀ ਸੀ, ਤੇ ਨਾ ਹੀ ਕੋਈ ਜੋਗੀਆਂ ਵੱਲੋਂ ਇਸ ਮਾਰਗ ਦੇ ਯੋਗ ਦੇ ਵਾਸਤੇ ਕੋਈ ਸਹੀ ਮਾਰਗ ਦਰਸਾਇਆ ਜਾ ਰਿਹਾ ਸੀ। ਸਾਰੇ ਹੀ ਆਪੋ ਆਪ ਦੀ ਮਤ ਦਾ ਇਸਤੇਮਾਲ ਕਰ ਰਹੇ ਸਨ ਤੇ ਪਰਜਾ ਭਾਵ ਇਨਸਾਨੀਅਤ, ਮਨੁੱਖੀ ਜਾਮਾ ਇਹ ਭਟਕਣਾ ਦੇ ਵਿੱਚ ਸੀ, ਭਰਮ ਦੇ ਵਿੱਚ ਸੀ। ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਵੀ ਇਸ ਸੰਸਾਰ ਦੇ ਵਿੱਚ ਰਹਿਬਰ ਆਉਂਦੇ ਰਹੇ, ਧਾਰਮਿਕ ਆਗੂ ਆਉਂਦੇ ਰਹੇ, ਉਹਨਾਂ ਨੂੰ ਪਰਮਾਤਮਾ ਵੱਲੋਂ ਭੇਜਿਆ ਜਾਂਦਾ ਰਿਹਾ। ਜਿੰਨੀ ਕੁ ਜ਼ਰੂਰਤ ਹੁੰਦੀ ਹੈ ਉਸ ਮੁਤਾਬਕ ਹੀ ਨਿਰੰਕਾਰ ਆਪ ਦੀ ਕਲਾ ਦੇ ਕੇ ਭੇਜਦਾ ਹੈ। ਤ੍ਰੇਤੇ ਦੇ ਵਿੱਚ 14 ਕਲਾ ਸੰਪੂਰਨ ਭੇਜਿਆ ਗਿਆ, ਦੁਆਪਰ ਦੇ ਵਿੱਚ 16 ਕਲਾ ਸੰਪੂਰਨ ਰਹਿਬਰ ਆਏ। ਕਲਾ ਦਾ ਜ਼ੋਰ ਵਧਣਾ ਸੀ। ਚੌਥਾ ਯੁੱਗ ਕਲਾ ਦਾ ਯੁੱਗ ਹੈ। ਹਰ ਇੱਕ ਦੇ ਵਿਚਾਰ ਵਧਣੇ ਨੇ, ਅੰਦਰ ਖੇਲ ਮਾਇਆ ਦਾ ਚੱਲਣਾ ਹੈ। ਉਸ ਵਾਸਤੇ ਉਹਨਾਂ ਨੇ ਸਰਬ ਕਲਾ ਸੰਪੂਰਨ ਮਨ ਨੂੰ ਭੇਜਿਆ। ਗੁਰਬਾਣੀ ਦੇ ਵਿੱਚ ਮਹਾਰਾਜ ਮੋਹਰ ਲਾਉਂਦੇ ਨੇ, ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ, ਤਾਰਨ ਮਨੁੱਖ ਹੈ ਜਨ ਕਿਓ ਪ੍ਰਗਾਸ। ਸਾਡੇ ਮਨਾਂ ਨੂੰ ਤਾਰਨ ਵਾਸਤੇ ਇਸ ਭਵ ਸਾਗਰ ਦੇ ਵਿੱਚੋਂ ਬੇੜਾ ਬਣਾ ਕੇ ਗੁਰੂ ਨਾਨਕ ਦੇਵ ਜੀ ਦੇ ਰੂਪ ਦੇ ਵਿੱਚ ਸਤਿਗੁਰ ਦਾ ਖਿਤਾਬ ਦੇ ਕੇ ਮਨ ਨੂੰ ਪਹਿਲੀ ਦਫਾ ਭੇਜਿਆ ਗਿਆ। ਸਤਿਗੁਰ ਦਾ ਤੇ ਇੱਕ ਆਮ ਰਹਿਬਰ ਦਾ ਅੰਤਰ ਹੁੰਦਾ ਹੈ। ਸਤਿਗੁਰ ਦੇ ਮਨ ਦਾ ਜੋ ਪ੍ਰਕਾਸ਼ ਹੈ ਉਹ ਸੱਚੇ ਨਾਮ ਵਿੱਚੋਂ ਹੁੰਦਾ ਹੈ। ਆਮ ਜੀਵ ਦੇ ਮਨ ਦਾ ਜਨਮ 5 ਤੱਤਾਂ ਵਿੱਚੋਂ ਹੁੰਦਾ ਹੈ। ਗੁਰਬਾਣੀ ਗੁਰੂ ਇਸ ਗੱਲ ਤੇ ਮੋਹਰ ਲਾਉਂਦੇ ਨੇ, ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ 5 ਤੱਤ ਤੇ ਜਨਮਾ। ਸਾਕਤ ਲੋਭੀ ਇਹ ਮਨ ਮੂੜਾ, ਗੁਰਮੁਖ ਨਾਮ ਜਪੀਏ ਮਨ ਰੂੜਾ। ਜੇ ਤਾਂ ਸਤ ਸੰਗਤ ਦਾ ਮਿਲਾਪ ਹੋ ਜਾਏ ਤੇ ਜਿਸ ਮਨ ਦਾ ਜਨਮ 5 ਤੱਤਾਂ ਵਿੱਚੋਂ ਹੋਇਆ ਹੈ ਉਹ ਵੀ ਗੁਰੂ ਦੀ ਸ਼ਰਨ ਵਿੱਚ ਆ ਜਾਏ ਤੇ ਉਹ ਪਰਮਾਤਮਾ ਦਾ ਰੂਪ ਹੋ ਸਕਦਾ ਹੈ। ਉਸ ਨੂੰ ਮੌਕਾ ਹੈ, ਮਨ ਸਜਾਮੇ ਦੇ ਰੂਪ ਵਿੱਚ ਵਾਰੀ ਹੈ ਕਿ ਜੇ ਉਹ ਪੂਰਨ ਗੁਰੂ ਦੀ ਸ਼ਰਨ ਵਿੱਚ ਚਲਾ ਜਾਏ, ਪੂਰਨ ਗੁਰਦੇਵ ਦੀ ਸ਼ਰਨ ਵਿੱਚ ਆ ਜਾਏ ਤੇ ਉਹ ਬ੍ਰਹਮ ਨੂੰ, ਪਾਰ ਬ੍ਰਹਮ ਨੂੰ ਪਛਾਣ ਸਕਦਾ ਹੈ ਤੇ ਜੀਵਨ ਨੂੰ ਸਫਲ ਕਰ ਸਕਦਾ ਹੈ। ਤੇ ਦੂਸਰੇ ਪਾਸੇ ਸਤਿਗੁਰ ਹੈ, ਉਸ ਨੂੰ ਇਸ ਸੰਸਾਰ ਵਿੱਚ ਜਦੋਂ ਭੇਜਦੇ ਨੇ ਉਸ ਦੇ ਮਨ ਨੂੰ ਸਿੱਧਾ ਨਾਮ ਵਿੱਚੋਂ ਪ੍ਰਗਟ ਕਰਦੇ ਨੇ।
ਜਿਸ ਕਰਕੇ ਨਾਮ ਤੋਂ ਜਨਮ ਲੈਣ ਕਰਕੇ ਉਸ ਮਨ ਦਾ ਇਸ ਸੰਸਾਰ ਵਿੱਚ ਆਉਣ ਤੋਂ ਬਾਅਦ ਕਿਸੇ ਕਿਸਮ ਦਾ ਮਾਇਆ ਦਾ, ਕਾਲ ਦਾ ਉਸ ਦੇ ਉੱਪਰ ਪ੍ਰਭਾਵ ਨਹੀਂ ਪੈਂਦਾ। ਉਹ ਸਹਿਜ ਅਵਸਥਾ ਦੇ ਮਾਲਕ ਹੁੰਦੇ ਨੇ। ਉਹ ਉਸ ਨਿਰੰਕਾਰ ਪਰਮਾਤਮਾ ਦੇ ਨਾਲ ਅਨ ਦਿਨ ਮਿਲੇ ਹੀ ਹੁੰਦੇ ਨੇ, ਉਹਨਾਂ ਦਾ ਵਿਛੋੜਾ ਨਹੀਂ ਪੈਂਦਾ। ਆਮ ਜੀਵ ਦਾ ਜਦੋਂ ਜਨਮ ਹੁੰਦਾ ਹੈ, ਉਸ ਦਾ ਲਿਵ ਟੁੱਟਦੀ ਹੈ ਤੇ ਵਿਛੋੜਾ ਪੈਂਦਾ ਹੈ, ਜਿਸ ਨੂੰ ਆਪਾਂ ਰੋਜ਼ ਆਨੰਦ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ। ਜੈਸੀ ਅਗਨ ਉਦਰ ਮਾਹੇ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਏਕੋ ਜਿਹੀ ਕਰਤੇ ਖੇਲ ਰਚਾਇਆ। ਜਦ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜ ਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਆਮ ਜੀਵ ਨੂੰ ਖੇਲ ਵਾਸਤੇ ਭੇਜਦੇ ਨੇ, ਉਸਨੇ ਖੇਲਣਾ ਹੈ। ਉਸ ਦੇ ਵਿੱਚ ਉਸਦੀ ਜਿੱਤ ਦਾ ਤੇ ਹਾਰ ਦਾ ਫੈਸਲਾ ਵੀ ਹੋਣਾ ਹੈ। ਉਸ ਮੁਤਾਬਕ ਉਸ ਨੂੰ ਸੱਚ ਵਿੱਚ ਆਸਣ ਮਿਲਣਾ ਹੈ, ਸੱਚਖੰਡ ਵਿੱਚ ਜਗ੍ਹਾ ਮਿਲਣੀ ਹੈ ਕਿ ਆਵਾਗਾਉਣ ਵਿੱਚ ਜਾਣਾ ਹੈ, ਇਹ ਤੈਅ ਵੀ ਹੋਣਾ ਹੈ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਪਰ ਜਦੋਂ ਕਿਸੇ ਗੁਰਮੁਖ ਨੂੰ ਰਹਿਬਰ ਨੂੰ ਭੇਜਦੇ ਨੇ, ਉਹ ਵੀ ਸਤਿਗੁਰ ਦੇ ਰੂਪ ਦੇ ਵਿੱਚ, ਉਹ ਖੇਲਣ ਨਹੀਂ ਆਉਂਦੇ, ਉਹ ਖੇਲਣ ਦਾ ਤਰੀਕਾ ਸਮਝਾਉਣ ਆਉਂਦੇ ਨੇ। ਉਹ ਇਸ ਸੰਸਾਰ ਦੀ ਇੱਕ ਜੀਵਨ ਜਾਚ ਜੋ ਮਨ ਸਜਾਮਾ ਭੁੱਲ ਜਾਂਦਾ ਹੈ, ਉਹ ਉਸ ਜੀਵਨ ਜਾਚ ਨੂੰ ਸਿਖਾਉਣ ਵਾਸਤੇ ਆਉਂਦੇ ਨੇ, ਜਿਸ ਨੂੰ ਆਪਾਂ ਭੁੱਲ ਜਾਂਦੇ ਹਾਂ। ਜਿਸ ਅਵਸਥਾ ਦੇ ਵਿੱਚ ਉਹ ਇੱਥੇ ਆਉਂਦੇ ਨੇ, ਉਹਨਾਂ ਦੇ ਮਨ ਦਾ ਜਨਮ ਹੁੰਦਾ ਹੈ। ਉਹ ਗੁਰਬਾਣੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਖੁਦ ਲਿਖਦੇ ਨੇ, ਉਹ ਬਚਨ ਫਰਮਾਉਂਦੇ ਨੇ, ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਏ। ਉਹਨਾਂ ਅੰਤਰ ਨਾਮ ਨਿਧਾਨ ਹੈ, ਉਹ ਨਾਮੋਂ ਪ੍ਰਗਟ ਹੋਏ। ਇਸ ਤਰ੍ਹਾਂ ਕਲਯੁਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬੋਹਿਥਾ ਬਣਾ ਕੇ ਸਤਿਗੁਰ ਦਾ ਖਿਤਾਬ ਦੇ ਕੇ ਨਿਰੰਕਾਰ ਇਸ ਲੋਕ ਵਿੱਚ ਉਤਾਰਦੇ ਨੇ, ਭੇਜਦੇ ਨੇ। ਤੇ ਕਿੱਥੇ ਭੇਜਦੇ ਨੇ? ਪਹਿਲੇ ਰਹਿਬਰਾਂ ਦਾ ਜਨਮ ਹੋਇਆ ਰਾਜਿਆਂ ਦੇ ਘਰ। ਕਿਸੇ ਨੂੰ ਵੀ ਭੇਜਿਆ ਹੈ, ਰਾਜੇ ਦੇ ਘਰ ਜਨਮ ਹੋਇਆ ਹੈ। ਰਾਜੇ ਦੇ ਪਰਿਵਾਰ ਵਿੱਚੋਂ ਉੱਠ ਕੇ ਸੰਸਾਰ ਵਿੱਚ ਗੱਲ ਕਰਨੀ ਸੌਖੀ ਹੈ, ਕਿਉਂਕਿ ਰਾਜੇ ਦੀ ਪਰਜਾ ਮੰਨਦੀ ਹੈ ਰਾਜੇ ਨੂੰ। ਹੁਣ ਇੱਕ ਮੁਲਾਜ਼ਮ ਆਮ ਸਧਾਰਨ ਜਿਹੜਾ ਸਰਕਾਰੀ ਕੋਈ ਨੌਕਰੀ ਕਰਦਾ ਹੈ, ਉਸ ਦੇ ਪਰਿਵਾਰ ਵਿੱਚੋਂ ਉੱਠ ਕੇ ਸਮਾਜ ਦੇ ਵਿੱਚ ਵਿਚਰਨਾ ਵਰਤਣਾ ਤੇ ਪਰਜਾ ਨੂੰ, ਲੋਕਾਂ ਨੂੰ ਕਨਵਿੰਸ ਕਰਨਾ, ਇਹ ਔਖਾ ਹੁੰਦਾ ਹੈ। ਹੁਣ ਗੁਰੂ ਨਾਨਕ ਦੇਵ ਜੀ ਦਾ ਜਨਮ ਆਗਮਨ ਇੱਕ ਪਟਵਾਰੀ ਮਹਿਤਾ ਕਾਲੂ ਜੀ ਦੇ ਘਰ ਕੀਤਾ ਹੈ, ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ। ਜਦੋਂ ਆਏ ਨੇ ਰਾਏ ਭੋਏ ਦੀ ਤਲਵੰਡੀ ਵਿਖੇ, ਤੇ ਜਿਸ ਨੇ ਸਭ ਤੋਂ ਪਹਿਲੋਂ ਉਸ ਚੀਜ਼ ਨੂੰ ਵਿਚਾਰਿਆ ਹੈ ਵੀ ਇਹ ਕੋਈ ਆਮ ਸਧਾਰਨ ਪੁਰਖ ਨਹੀਂ ਹੈ, ਇਹ ਕੋਈ ਅੱਲਾਹ ਤਾਲਾ ਦਾ ਭੇਜਿਆ ਹੋਇਆ ਹੈ, ਉਹ ਸੀ ਉਹਨਾਂ ਦੀ ਭੈਣ ਨਾਨਕੀ, ਜਿਹੜੀ ਸਹਿਜ ਅਵਸਥਾ ਦੀ ਮਾਲਕ ਸੀ, ਜਿਸ ਦਾ ਮਨ ਸਹਿਜ ਵਿੱਚ ਸੀ। ਉਸਨੇ ਦੇਖ ਲਿਆ ਵੀ ਇਸ ਦਾ ਜੋ ਮਸਤਕ ਹੈ, ਇਸ ਦੀ ਜੋ ਦ੍ਰਿਸ਼ਟੀ ਹੈ, ਉਹ ਇੱਕ ਆਮ ਬੱਚੇ ਵਾਲੀ ਨਹੀਂ ਹੈ। ਜੋ ਦਾਈ ਦੌਲਤਾਂ ਹੈ, ਉਹ ਵੀ ਥੋੜ੍ਹਾ ਉਸ ਗੱਲ ਨੂੰ ਵਿਚਾਰਦੀ ਹੈ ਵੀ ਇਹ ਜਿਹੜਾ ਬੱਚਾ ਹੈ, ਇਸ ਨੇ ਜਨਮ ਸਮੇਂ ਵਿਰਾਗ ਨਹੀਂ ਕੀਤਾ। ਆਮ ਬੱਚਾ ਵਿਰਾਗ ਕਰਦਾ ਹੈ, ਜੇ ਨਹੀਂ ਕਰਦਾ ਉਸ ਨੂੰ ਤੁਸੀਂ ਵਿਰਾਗ ਦਿਵਾਉਂਦੇ ਹੋ ਵੀ ਇਹ ਸੰਸਾਰ ਵਿੱਚ ਆ ਜੇ, ਖੇਲ ਵਿੱਚ ਸ਼ਾਮਲ ਹੋ ਜੇ, ਉਸ ਨੂੰ ਰਵਾਇਆ ਜਾਂਦਾ ਹੈ। ਪਰ ਜਦੋਂ ਗੁਰੂ ਨਾਨਕ ਦੇਵ ਜੀ ਆਏ ਨੇ, ਉਹਨਾਂ ਦੇਖਿਆ ਵੀ ਇਹਨਾਂ ਦਾ ਧਿਆਨ ਪਰਮਾਤਮਾ ਦੇ ਵਿੱਚ ਲੀਨ ਹੈ। ਉਹਨਾਂ ਦੀ ਦ੍ਰਿਸ਼ਟੀ ਪੜੀ ਤੇ ਉਸ ਨੂੰ ਵਿਚਾਰਿਆ ਵੀ ਇਹ ਕੋਈ ਰਹਿਬਰ ਨੇ, ਤੇ ਕੋਈ ਜ਼ਰੂਰ ਅੱਗੇ ਜਾ ਕੇ ਜਾਂ ਤਾਂ ਵੱਡੇ ਰਾਜੇ ਬਣਨਗੇ, ਕਿਸੇ ਰਾਜ ਭਾਗ ਕਰਨਗੇ, ਕਮਾਉਣਗੇ, ਕਿਉਂਕਿ ਸਾਡਾ ਮਸਤਕ ਜੋ ਹੈ, ਸਾਡੀ ਜੋ ਦ੍ਰਿਸ਼ਟੀ ਹੈ, ਜੇ ਕੋਈ ਇਸ ਨੂੰ ਪੜ੍ਹਨੀ ਜਾਣਦਾ ਹੈ ਤੇ ਇਹ ਸਾਰਾ ਕੁਝ ਦੱਸ ਦਿੰਦੀ ਹੈ। ਚਿਹਰਾ ਪੜ੍ਹਨਾ ਸਿਖਾਇਆ ਜਾਂਦਾ ਹੈ। ਇਸ ਤਰ੍ਹਾਂ ਸਾਡਾ ਮਸਤਕ ਜੋ ਹੈ, ਇਸ 'ਤੇ ਲਿਖਿਆ ਹੁੰਦਾ ਹੈ। ਗੁਰਮੁਖ ਉਹ ਮਸਤਕ ਦੇ ਲੇਖ ਪੜ੍ਹ ਲੈਂਦੇ ਨੇ, ਜਿਹੜੇ ਸਹਿਜ ਵਿੱਚ ਹੁੰਦੇ ਨੇ।
ਕੀ ਲਿਖਿਆ ਹੈ ਸਾਡੇ ਮਸਤਕ ਤੇ? ਗੁਰੂ ਨਾਨਕ ਦੇਵ ਜੀ ਉਹ ਬਚਨ ਕਰਦੇ ਨੇ ਵੀ ਹਰ ਇੱਕ ਦੇ ਮਸਤਕ ਤੇ ਕੁਝ ਲਿਖਿਆ ਹੋਇਆ ਹੈ। ਭਗਤ ਕਬੀਰ ਜੀ ਵੀ ਉਹ ਬਚਨ ਗੁਰਬਾਣੀ ਵਿੱਚ ਕਰਦੇ ਨੇ। ਪੂਰਬ ਜਨਮ ਹਮ ਤੁਮਰੇ ਸੇਵਕ, ਅਬ ਤੋਂ ਮੇਟਿਆ ਨਾ ਜਾਈ। ਤੇਰੇ ਦੁਆਰੇ ਧੁਨ ਸਹਿਜ ਕੀ, ਮਾਥੇ ਮੇਰੇ ਦਗਾਈ। ਦਾਗੇ ਹੋਏ ਸੋ ਰਣ ਮਹਿ ਜੂਝੈ, ਬਿਨ ਦਾਗੇ ਭਾਗ ਜਾਈ। ਵੀ ਸਾਡੇ ਸਾਰਿਆਂ ਦੇ ਜੋ ਮਸਤਕ ਤੇ ਨਿਰੰਕਾਰ ਦਾ ਹੁਕਮ ਲਿਖਿਆ ਹੋਇਆ ਹੈ। ਸਤਨਾਮ ਕਰਤਾ ਪੁਰਖ ਇਹ ਰਤਨਾ ਖਾਣੀ, ਮਸਤਕ ਹੋਵੇ ਲਿਖਿਆ ਹਰ ਸਿਮਰ ਪ੍ਰਾਣੀ। ਪਰਮਾਤਮਾ ਵੱਲੋਂ ਸਾਨੂੰ ਹੁਕਮ ਹੈ ਵੀ ਇਸ ਮਸਤਕ ਤੇ ਮੈਂ ਲਿਖ ਕੇ ਭੇਜ ਰਿਹਾ ਹਾਂ, ਤੁਸੀਂ ਨਾਮ ਜਪਣਾ ਹੈ। ਤੁਸੀਂ ਇਸ ਮਸਤਕ ਤੇ ਜਦੋਂ ਵੀ ਬਾਹਰ ਆਉਣਾ ਹੈ, ਇੱਥੋਂ ਨੇਤਰ ਖੋਲਣੇ ਨੇ, ਸੰਸਾਰ ਵਿੱਚ ਆਉਣਾ ਹੈ, ਤੇ ਇੱਥੋਂ ਜਿਹੜਾ ਹੁਕਮ ਮੈਂ ਤੈਨੂੰ ਜਾਰੀ ਕਰਾਂਗਾ ਉਸ ਹੁਕਮ ਵਿੱਚ ਚੱਲਣਾ ਹੈ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦਿਆ ਬੁਝਾਈ ਜੀਓ। ਜੇ ਤਾਂ ਸਾਨੂੰ ਹੁਣ ਉਸ ਹੁਕਮ ਦਾ ਪਛਾਣ ਹੈ, ਸ਼ਬਦ ਦਾ ਭੇਤ ਹੈ, ਜੀਆਂ ਅੰਦਰ ਜਿਉ ਸ਼ਬਦ ਹੈ। ਜਿਤ ਸਹੁ ਮਿਲਾਵਾ ਹੋਏ, ਬਿਨ ਸ਼ਬਦੇ ਜਗ ਹਨੇਰ ਹੈ, ਸ਼ਬਦੇ ਪ੍ਰਗਟ ਹੋਏ। ਜੇ ਤਾਂ ਅਸੀਂ ਉਸ ਸ਼ਬਦ ਦੇ ਸਨਮੁਖ ਰਹਿੰਦੇ ਹਾਂ, ਸਮਝੋ ਮਨ ਜਾਗਿਆ ਹੋਇਆ ਹੈ, ਅੰਮ੍ਰਿਤ ਵੇਲਾ ਹੋ ਚੁੱਕਾ ਹੈ, ਸਹਿਜ ਅਵਸਥਾ ਬਣੀ ਹੋਈ ਹੈ। ਜੇ ਉਹ ਸ਼ਬਦ ਨਹੀਂ ਪ੍ਰਗਟ, ਗੁਪਤ ਹੈ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣ ਹੈ ਬਹੁ ਰੋਲ ਕਚੋਲਾ। ਵੀ ਜੇ ਸਾਡੇ ਅੰਦਰ ਵਿਚਾਰਾਂ ਦਾ ਹੀ ਰੌਲਾ ਚੱਲਦਾ ਪਿਆ ਹੈ, ਸਾਡਾ ਮਨ ਇੱਕ ਥਾਂ ਤੇ ਨਹੀਂ ਟਿਕਦਾ, ਤੇ ਫਿਰ ਕਹਿੰਦੇ ਨੇ ਵੀ ਹੁਕਮ ਤੋਂ ਬਾਹਰ ਹੈ। ਫਿਰ ਜੋ ਵੀ ਕਰਮ ਕਰੇਗਾ, ਲੋਕ ਭਾਵੇਂ ਉਸਨੂੰ ਚੰਗਾ ਕਹਿਣਗੇ, ਪਰ ਦਰਗਾਹ ਵਿੱਚ ਥਾਂ ਨਹੀਂ ਮਿਲੇਗੀ। ਦਰਗਾਹ ਵਿੱਚ ਉਦੋਂ ਥਾਂ ਮਿਲੇਗੀ ਜੇ ਹੁਕਮ ਵਿੱਚ ਚੱਲੇਗਾ। ਤੇ ਹੁਣ ਉਹ ਹੁਕਮ ਦਾ ਭੇਦ, ਸ਼ਬਦ ਦਾ ਭੇਦ, ਖਜ਼ਾਨਾ ਗੁਰੂ ਨਾਨਕ ਦੇਵ ਜੀ ਲੈ ਕੇ ਆਏ ਨੇ। ਤੇ ਇਸ ਸੰਸਾਰ ਵਿੱਚ ਹੁਣ ਉਹਨਾਂ ਨੇ ਉਹ ਨਾਮ ਵੰਡਣਾ ਹੈ। ਉਹ ਖੁਦ ਨਾਮ ਜਪਣ ਨਹੀਂ ਆਏ, ਉਹ ਜਪਾਉਣ ਆਏ ਨੇ, ਉਹ ਤਾਰਨ ਆਏ ਹੋਏ ਨੇ। ਇਸ ਕਰਕੇ ਉਹ ਰਹਿਬਰ ਨੇ, ਉਹ ਅਵਤਾਰ ਨੇ ਇਸ ਸੰਸਾਰ ਦੇ। ਉਹਨਾਂ ਨੂੰ ਭੇਜ ਕੇ ਨਿਰੰਕਾਰ ਵੱਲੋਂ ਇਹ ਨਾਮ ਜਪਾਉਣ ਵਾਸਤੇ ਨਾਮ ਦਾ ਖਜ਼ਾਨਾ ਦੇ ਕੇ ਭੇਜਿਆ ਹੈ। ਹੁਣ ਗੁਰੂ ਨਾਨਕ ਦੇਵ ਜੀ ਜਿਸ ਅਵਸਥਾ ਦੇ ਵਿੱਚ ਆ ਕੇ ਉਹਨਾਂ ਨੇ ਨਾਮ ਦਾ ਭੇਦ ਦੇਣਾ ਸ਼ੁਰੂ ਕੀਤਾ ਤੇ ਸਮਝਾਉਣ ਦਾ ਉਪਰਾਲਾ ਕਰਨ ਲੱਗੇ। ਤੁਸੀਂ ਹੁਣੇ ਹੀ ਇਹ ਸਾਹਮਣੇ ਸ਼ਬਦ ਲਿਖਿਆ ਹੋਇਆ ਹੈ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਚਨ ਹੈ, ਗੁਰੂ ਨਾਨਕ ਦੇ ਘਰ ਦਾ ਹੀ ਬਚਨ ਹੈ, ਜਿਸ ਵਿੱਚ ਉਹ ਸਾਨੂੰ ਧਿਆਨ ਦਾ ਤੇ ਮਲਾਪ ਦਾ ਬਚਨ ਕਰਦੇ ਨੇ। ਗੁਰ ਕੀ ਮੂਰਤ ਮਨ ਮੇਂ ਧਿਆਨ। ਵੀ ਜਦੋਂ ਵੀ ਤੁਸੀਂ ਧਿਆਨ ਵਿੱਚ ਜਾਣਾ ਹੈ, ਪਰਮਾਤਮਾ ਦਾ ਕੋਈ ਚੇਤਾ ਕਰਨਾ ਹੈ, ਤੇ ਉਸ ਦੀ ਮੂਰਤ ਵਿੱਚ ਧਿਆਨ ਲਾਉਣਾ ਹੈ। ਹੁਣ ਪਰਮਾਤਮਾ ਦੀ ਕਿਹੜੀ ਮੂਰਤ ਹੈ? ਚੱਕਰ ਚਿਹਨ ਔਰ ਜਾਤ, ਵਰਨ ਜਾਤ ਔਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹੇ, ਅਚਲ ਮੂਰਤ ਅਨੁਭਵ ਪ੍ਰਕਾਸ਼। ਉਹ ਅਚਲ ਮੂਰਤ ਹੈ, ਚਲਾਇਮਾਨ ਨਹੀਂ ਹੈ। ਆਪਣੀਆਂ ਇੱਧਰਲੀਆਂ ਮੂਰਤੀਆਂ ਚਲਾਇਮਾਨ ਨੇ। ਜੋ ਉਪਜਿਓ ਸੋ ਬਿਨਸ ਹੈ, ਪਰਿਓ ਆਜ ਕੇ ਕਾਲ। ਜੇ ਅਸੀਂ ਕਿਸੇ ਦ੍ਰਿਸ਼ਟਮਾਨ ਵਿੱਚ ਧਿਆਨ ਲਾਵਾਂਗੇ ਤੇ ਦ੍ਰਿਸ਼ਟਮਾਨ ਖਤਮ ਹੋਣ ਵਾਲਾ ਹੈ। ਜਦੋਂ ਉਹ ਖਤਮ ਹੋ ਜਾਏਗਾ ਤੇ ਫਿਰ ਉਹ ਸਾਨੂੰ ਵੀ ਨਹੀਂ ਤਾਰ ਸਕਦਾ। ਇਸੇ ਕਰਕੇ ਬਚਨ ਕੀਤਾ ਹੈ, ਗੁਰ ਕੇ ਸ਼ਬਦ ਮੰਤਰ ਮਨ ਮਾਨ। ਗੁਰੂ ਦੀ ਮੂਰਤ ਹੈ ਗੁਰੂ ਦਾ ਸ਼ਬਦ, ਗੁਰ ਮੂਰਤ ਗੁਰ ਸ਼ਬਦ ਹੈ। ਜਦੋਂ ਅਸੀਂ ਸ਼ਬਦ ਲੈ ਕੇ ਉਸ ਸ਼ਬਦ ਦੀ ਆਰਾਧਨਾ ਕਰਦੇ ਹਾਂ, ਗੁਰੂ ਦਾ ਉਪਦੇਸ਼ ਲੈ ਕੇ ਉਸਨੂੰ ਕਮਾਉਣ ਤੇ ਆਉਂਦੇ ਹਾਂ, ਫਿਰ ਉਹ ਸ਼ਬਦ ਸਾਡੇ ਮਨ ਵਿੱਚ ਵਸਦਾ ਹੈ। ਗੁਰ ਕੇ ਚਰਨ ਲੈ ਹਿਰਦੇ ਲੈ ਧਾਰੋਂ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋਂ। ਉਹ ਜੋ ਸ਼ਬਦ ਹੈ ਫਿਰ ਉਹ ਅਸੀਂ ਆਪਦੇ ਮਨ ਵਿੱਚ ਧਾਰਨ ਕਰ ਲੈਂਦੇ ਹਾਂ। ਉੱਥੇ ਉਸਨੂੰ ਚਰਨ ਕਿਹਾ ਗਿਆ ਹੈ। ਕਈ ਦਫਾ ਅਸੀਂ ਅਗਿਆਨਤਾ ਵਿੱਚ ਕਿਸੇ ਤਸਵੀਰ ਦੇ ਚਰਨਾਂ ਵਿੱਚ ਧਿਆਨ ਲਾ ਲੈਂਦੇ ਹਾਂ। ਸਾਨੂੰ ਕਿਹਾ ਜਾਂਦਾ ਹੈ ਵੀ ਇਹਨਾਂ ਮਹਾਂਪੁਰਖਾਂ ਦਾ ਧਿਆਨ ਲਾਇਆ ਕਰੋ, ਇਹ ਸੰਤ ਨੇ। ਕਿਤੇ ਕਿਤੇ ਅਸੀਂ ਗੁਰੂ ਸਾਹਿਬ ਦੀ ਤਸਵੀਰ ਵੀ ਮਨ ਵਿੱਚ ਵਸਾਉਣੀ ਸ਼ੁਰੂ ਕਰ ਲੈਂਦੇ ਹਾਂ।
ਪਰ ਤਸਵੀਰਾਂ ਦੀ ਪੂਜਾ ਕਰਨੀ ਗੁਰਮਤ ਨਹੀਂ ਹੈ। ਗੁਰਮਤ ਸ਼ਬਦ ਦੀ ਗੱਲ ਕਰਦੀ ਹੈ। ਗੁਰੂ ਦੀ ਭਗਤੀ ਸ਼ਬਦ ਦੀ ਭਗਤੀ ਹੈ। ਇਸੇ ਹੀ ਉਪਦੇਸ਼ ਨੂੰ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਦੇ ਵਿੱਚ ਪ੍ਰਗਟ ਕਰਨ ਵਾਸਤੇ ਫਿਰ ਸ਼ੁਰੂ ਕੀਤਾ ਹੈ ਖੇਲ। ਕਿਸ ਤਰ੍ਹਾਂ ਕੀਤਾ ਹੈ? ਬੱਚੇ ਨੇ ਪੜ੍ਹਨ ਵਾਸਤੇ ਗਏ ਨੇ, ਪਾਦੇ ਕੋਲ ਭੇਜਿਆ ਹੈ। ਪਾਦੇ ਕੋਲ ਪੜ੍ਹਾਈ ਸ਼ੁਰੂ ਹੋਈ। ਇੱਕ ਦੀ ਗੱਲ ਚੱਲੀ ਹੈ। ਹੁਣ ਉਹ ਪੜ੍ਹਾਉਣ ਆਇਆ ਸੀ, ਪਰ ਪੜ੍ਹ ਕੇ ਗਿਆ ਹੈ। ਕੀ ਪੜ੍ਹਾਇਆ ਹੈ? ਪਰਮਾਤਮਾ ਦਾ ਨਾਮ। ਬਾਬਾ, ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ। ਉਹਨਾਂ ਨੇ ਸ਼ਬਦ ਦੀ ਗੱਲ ਸਮਝਾਈ। ਜਿਸ ਪਰਮਾਤਮਾ ਨੂੰ ਸੰਸਾਰ ਭੁੱਲ ਗਿਆ ਸੀ, ਗੁਰੂ ਨਾਨਕ ਦੇਵ ਜੀ ਹੁਣ ਉਸ ਪਰਮਾਤਮਾ ਦੇ ਵਿਚਾਰ ਕਰਦੇ ਨੇ, ਸਭ ਤੋਂ ਪਹਿਲਾਂ ਆਪਦੇ ਟੀਚਰ ਦੇ ਨਾਲ। ਉੱਥੇ ਵਿਚਾਰ ਚੱਲੀ ਹੈ ਵੀ ਅਲਫ ਤੋਂ ਕੀ ਭਾਵ ਹੈ, ਵੀ ਬੇ ਸ਼ਬਦ ਅਗਲਾ ਅਸੀਂ ਬਾਅਦ ਵਿੱਚ ਪੜ੍ਹਾਂਗੇ, ਸਾਨੂੰ ਪਹਿਲੋਂ ਅਲਫ ਅਰਫ ਦਾ ਮੀਨਿੰਗ ਸਮਝਾਓ। ਹੁਣ ਅਲਫ ਦਾ ਮੀਨਿੰਗ ਜੋ ਉਹ ਸਮਝਦਾ ਸੀ ਉਹ ਇੱਕ ਦੁਨਿਆਵੀ ਤੌਰ 'ਤੇ ਸੀ, ਪਰ ਜੋ ਗੁਰੂ ਨਾਨਕ ਦੇਵ ਜੀ ਉਸ ਨੂੰ ਕਹਿ ਰਹੇ ਨੇ ਉਹ ਚੌਥੇ ਪਦ ਦੀ ਕਹਾਣੀ ਸੀ। ਗੁਰਮੁਖ ਚੌਥੇ ਪਦ ਦੀ ਗੱਲ ਕਰਦਾ ਹੈ। ਗੁਰਮੁਖ ਦੀ ਗੱਲ ਵਿੱਚ ਰਮਝ ਹੁੰਦੀ ਹੈ। ਗੁਰਮੁਖ ਕਦੇ ਵੀ ਕੋਈ ਦੁਨਿਆਵੀ ਤ੍ਰੈ ਗੁਣਾਂ ਦੀਆਂ ਵਿਚਾਰਾਂ, ਇੱਥੋਂ ਦੀਆਂ ਨਿੰਦਿਆ, ਇੱਥੋਂ ਦੀਆਂ ਚੁਗਲੀਆਂ, ਇੱਥੋਂ ਦੇ ਗੱਲਾਂ ਵਿੱਚੋਂ ਰਸ ਨਹੀਂ ਲੈਂਦਾ। ਗੁਰਮੁਖ ਦ੍ਰਿਸ਼ਟਮਾਨ ਉਦਾਹਰਨ ਦੇ ਕੇ ਗੱਲ ਅਗਲੀ ਸਮਝਾਉਂਦਾ ਹੈ। ਹੁਣ ਗੁਰੂ ਨਾਨਕ ਦੇਵ ਜੀ ਨੇ ਅਗਲੀ ਵਿਚਾਰ ਕੀਤੀ ਹੈ ਵੀ ਇੱਕ ਤੋਂ ਪਹਿਲੋਂ ਕੀ ਸੀ, ਇੱਕ ਤੋਂ ਬਾਅਦ ਕੀ ਹੋਏਗਾ। ਉਹ ਕਹਿਣ ਲੱਗਾ ਵੀ ਅਲਫ ਤੋਂ ਬਾਅਦ ਬੇ ਹੈ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਵੀ ਨਹੀਂ, ਅਸੀਂ ਜਿਸ ਇੱਕ ਦੀ ਗੱਲ ਕਰ ਰਹੇ ਹਾਂ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ। ਅਸੀਂ ਉਸ ਇੱਕ ਦੀ ਗੱਲ ਕਰ ਰਹੇ ਹਾਂ ਵੀ ਉਹ ਇੱਕ ਤੋਂ ਪਹਿਲੋਂ ਕੀ ਸੀ, ਜਦੋਂ ਉਹ ਆਕਾਰ ਵਿੱਚ ਨਹੀਂ ਸੀ ਆਇਆ। ਹੁਣ ਉੱਥੇ ਫਿਰ ਜਿਹੜੀ ਪੱਟੀ ਤੁਸੀਂ ਗੁਰਬਾਣੀ ਵਿੱਚ ਪੜ੍ਹਦੇ ਹੋ, ਉਹ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤੀ ਵੀ ਸੱਸੇ ਤੋਂ ਅੱਖਰ ਸ਼ੁਰੂ ਕੀਤਾ ਹੈ। ਸੱਸੇ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਪਿਆ। ਵੀ ਜਦੋਂ ਨਿਰੰਕਾਰ ਨੇ ਸ੍ਰਿਸ਼ਟੀ ਦੀ ਪੈਦਾਇਸ਼ ਕੀਤੀ ਹੈ, ਉਸ ਤੋਂ ਪਹਿਲਾਂ ਉਹ ਸੱਚ ਇਕੱਲਾ ਹੀ ਮੌਜੂਦ ਸੀ। ਉਸ ਸਮੇਂ ਕੁਝ ਵੀ ਨਹੀਂ ਸੀ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨ ਗਗਨਾ ਹੁਕਮ ਅਪਾਰਾ। ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁਨ ਸਮਾਦ ਲਗਾਇਂਦਾ। ਖਾਣੀ ਨਾ ਬਾਣੀ ਪਾਉਣ ਨਾ ਪਾਣੀ, ਉਹ ਪਤਖਬਤ ਨਾ ਆਵਣ ਜਾਣੀ। ਇਸ ਅਵਸਥਾ ਵਿੱਚ ਸਾਰਾ ਸ਼ਬਦ ਉਚਾਰਨ ਕੀਤਾ ਵੀ ਉਦੋਂ ਕੋਈ ਵੀ ਆਕਾਰ ਨਹੀਂ ਸੀ। ਉਦੋਂ ਨਾ ਦਿਨ ਸੀ ਨਾ ਰਾਤ ਸੀ, ਨਾ ਖਾਣੀਆਂ ਸਨ ਨਾ ਬਾਣੀਆਂ ਸਨ। ਉਸ ਅਵਸਥਾ ਵਿੱਚ ਨਾ ਬ੍ਰਹਮਾ ਸੀ ਨਾ ਵਿਸ਼ਨ ਸੀ ਨਾ ਮਹੇਸ਼ ਸੀ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਵੀ ਉਸ ਵਕਤ ਇਕੱਲਾ ਸੱਚ ਹੀ ਸੱਚ ਸੀ। ਉਹੀ ਸੱਚ, ਉਹੀ ਪਰਮਾਤਮਾ ਜਦੋਂ ਖੁਸ਼ ਹੋਇਆ, ਉਸ ਨੇ ਆਪਣੇ ਵਿੱਚੋਂ ਆਕਾਰ ਪੈਦਾ ਕੀਤਾ। ਉਸ ਨੇ ਸ੍ਰਿਸ਼ਟੀ ਦੀ ਪੈਦਾਇਸ਼ ਕੀਤੀ ਤੇ ਸ਼ਬਦ ਦੁਆਰਾ ਸ੍ਰਿਸ਼ਟੀ ਪੈਦਾ ਕਰ ਦਿੱਤੀ। ਜਦੋਂ ਇੱਛਾ ਹੁੰਦੀ ਹੈ, ਸ਼ਬਦ ਨੂੰ ਵਾਪਸ ਖਿੱਚ ਲੈਂਦੇ ਨੇ, ਸ੍ਰਿਸ਼ਟੀ ਖਤਮ ਹੋ ਜਾਂਦੀ ਹੈ। ਜਦੋਂ ਇੱਛਾ ਹੈ, ਸ਼ਬਦ ਪ੍ਰਗਟ ਕਰਦੇ ਨੇ, ਸ੍ਰਿਸ਼ਟੀ ਸ਼ੁਰੂ ਹੋ ਜਾਂਦੀ ਹੈ। ਤੇ ਗੁਰਬਾਣੀ ਵਿੱਚ ਬਚਨ ਕੀਤਾ, ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਵੀ ਨਿਰੰਕਾਰ ਨੇ ਜੋ ਚਾਰ ਖਾਣੀਆਂ ਨੇ, ਚਾਰ ਬਾਣੀਆਂ ਨੇ, ਇਹਨਾਂ ਦੀ ਉਤਪਤੀ ਕੀਤੀ ਹੈ ਸ਼ਬਦ ਤੋਂ। ਕੀਤਾ ਪਸਾਓ ਏਕੋ ਖਵਾਓ, ਤਿਸ ਤੇ ਹੋਏ ਲੱਖ ਦਰਿਆਓ। ਉਹਨਾਂ ਇੱਕ ਆਵਾਜ਼ ਹੀ ਪੈਦਾ ਕੀਤੀ ਹੈ, ਤੇਰਾ ਮੁਖ ਸੁਹਾਵਾ ਜਿਉ ਸਹਿਜ ਧੁਨ ਬਾਣੀ। ਐਸਾ ਸ਼ਬਦ ਅਨਹਦ ਇਲਾਕੇ ਵਿੱਚ ਅਨਹਦ ਸ਼ਬਦ ਉਹਨਾਂ ਦੇ ਵਿੱਚੋਂ ਪੈਦਾ ਹੋਇਆ। ਉਸ ਤੋਂ ਆਕਾਰ ਤਿਆਰ ਹੋਣ ਲੱਗ ਪਏ।
84 ਲੱਖ ਜੂਨ ਹੋਂਦ ਵਿੱਚ ਆਉਣ ਲੱਗ ਪਈ। ਅੰਡਜ ਜੇਰਜ ਸੇਤਜ ਕੀਨੀ, ਉਤ ਪੁਜ ਖਾਨ ਬਹੁਰ ਰਚ ਦੇਨੀ। 4 ਖਾਣੀਆਂ ਦੀ ਪੈਦਾਇਸ਼ ਹੋਣ ਲੱਗ ਪਈ ਤੇ ਸ਼ਬਦ ਨੂੰ ਸਿਰਜ ਕੇ, ਸ਼ਬਦ ਵਿੱਚੋਂ ਉਤਪਤੀ ਕਰਕੇ, ਸ਼ਬਦਾਂ ਦੁਆਰਾ ਵੱਖਰਾ ਵੱਖਰਾ ਆਕਾਰ ਪੈਦਾ ਕਰਕੇ ਨਿਰਾਕਾਰ ਨੇ ਆਪ ਦੀ ਜੋ ਜੋਤ ਸੀ, ਜਿਸ ਨੂੰ ਆਪਾਂ ਆਤਮਾ ਕਹਿੰਦੇ ਹਾਂ, ਸਭ ਮਹਿ ਜੋਤ ਜੋਤ ਹੈ ਸੋਏ, ਉਹ ਸਾਰਿਆਂ ਦੇ ਵਿੱਚ ਟਿਕਾ ਦਿੱਤੀ। ਹੁਣ ਉਹ ਜੋਤ ਦੇ ਉੱਪਰ ਸਾਰੇ ਆਕਾਰ ਬਣੇ ਹੋਏ ਨੇ ਆਪਣੇ। ਜੋ ਇਹ 4 ਖਾਣੀਆਂ ਨੇ, 4 ਤਰੀਕੇ ਨਾਲ ਪੈਦਾ ਹੋਈਆਂ ਨੇ, ਉਤਪੁਜ, ਸੇਤਜ, ਅੰਡਜ, ਜੇਰਜ, ਇਹਨਾਂ ਦੇ ਵਿੱਚ ਉਹਨਾਂ ਆਪ ਦੀ ਜੋਤ ਰੱਖੀ ਹੈ ਤੇ ਇਸ ਨੂੰ ਆਕਾਰ ਕਹਿ ਦਿੱਤਾ ਹੈ। ਨਿਰੰਕਾਰ ਆਕਾਰ ਹੈ ਆਪੇ। ਵੀ ਨਿਰਾਕਾਰ ਸਰੂਪ, ਬ੍ਰਹਮ ਸਰੂਪ, ਸੱਚ ਸਰੂਪ ਪਰਮਾਤਮਾ ਜਦੋਂ ਸ਼ਬਦ ਪ੍ਰਗਟ ਕਰਦਾ ਹੈ ਤੇ ਸ੍ਰਿਸ਼ਟੀ ਪੈਦਾ ਹੋ ਜਾਂਦੀ ਹੈ। ਤੇ ਜਦੋਂ ਉਸ ਦੀ ਇੱਛਾ ਹੈ, ਸ਼ਬਦ ਸੰਕੋਚ ਲੈਂਦਾ ਹੈ, ਸ੍ਰਿਸ਼ਟੀ ਪਰਲੋ ਆ ਜਾਂਦੀ ਹੈ, ਸਮਾਪਤ ਹੋ ਜਾਂਦੀ ਹੈ। ਹੁਣ ਇਹ ਜੋ ਰਚਨਾ ਹੈ, ਇਹ ਬ੍ਰਹਮ ਤੋਂ ਹੋਈ ਹੈ। ਉਸ ਤੋਂ ਇਹ ਮਾਇਆ ਦਾ ਖੇਲ ਚੱਲਿਆ ਹੈ। ਇਹ ਸਾਰਾ ਉਪਦੇਸ਼ ਫਿਰ ਜਪਜੀ ਸਾਹਿਬ ਦੀ ਬਾਣੀ, ਜੋ ਆਪਾਂ ਨਿਤਨੇਮ ਵਿੱਚ ਰੋਜ਼ ਪੜ੍ਹਦੇ ਹਾਂ, ਉਸ ਵਿੱਚ ਡਿਟੇਲ ਵਿੱਚ ਸਮਝਾਇਆ ਹੈ। ਕਿਸ ਤਰ੍ਹਾਂ ਨਿਰੰਕਾਰ ਸ਼ਬਦ ਤੋਂ ਅੱਗੇ ਹੋਂਦ ਵਿੱਚ ਸ੍ਰਿਸ਼ਟੀ ਨੂੰ ਲੈ ਕੇ ਆਉਂਦੇ ਨੇ, 4 ਖੰਡਾਂ ਦੁਆਰਾ ਕਿਸ ਤਰ੍ਹਾਂ ਆਕਾਰ ਤਿਆਰ ਕਰਦੇ ਨੇ, ਤੇ ਸੱਚਖੰਡ ਦੇ ਵਿੱਚ ਆਕਾਰ ਤਿਆਰ ਕਰਕੇ ਭੇਜ ਕੇ ਸ੍ਰਿਸ਼ਟੀ ਦਾ ਖੇਲ ਤਿਆਰ ਕਰ ਦਿੰਦੇ ਨੇ। ਤੇ ਇਸ ਖੇਲ ਦੇ ਵਿੱਚ ਤਰੀਕਾ ਫਿਰ ਸਮਝਾਇਆ ਗਿਆ। ਦਿਵਸ ਰਾਤ ਦੋਇ ਦਾਈ ਦਾਇਆ, ਖੇਲੇ ਸਗਲ ਜਗਤ। 2 ਹਿੱਸਿਆਂ ਵਿੱਚ ਖੇਲ ਨੂੰ ਵੰਡ ਦਿੱਤਾ ਗਿਆ। ਦਿਨ ਦੇ ਸਮੇਂ ਆਕਾਰ ਵਿੱਚ ਆਉਣਗੇ, ਪਰਿਵਾਰਾਂ ਦੇ ਵਿੱਚ ਵਿਚਰਨਗੇ, ਕਰਮ ਧਰਤੀ ਹੈ, ਕਰਮ ਕਰਨਗੇ ਆ ਕੇ। ਰਾਤ ਪਏਗੀ ਸਰੀਰ ਨੂੰ, ਪਰਿਵਾਰ ਨੂੰ, ਕਰਮ ਨੂੰ ਛੱਡ ਦੇਣਗੇ, ਵਾਪਸ ਚਲੇ ਜਾਣਗੇ। ਇਹ ਜੋ ਖੇਲ ਹੈ ਕਰਮ ਤੇ ਆਧਾਰ ਹੋਵੇਗਾ। ਚੰਗਿਆਈਆਂ ਤੇ ਬੁਰਾਈਆਂ ਦੀ ਵਿਚਾਰ ਧਰਮਰਾਜ ਧਰਮ ਦੇ ਨਿਆਂ ਤੇ ਹੋਵੇਗੀ। ਜਿਹੜਾ ਕਰਮ ਕਰਦਾ ਹੋਇਆ ਹੁਕਮ ਵਿੱਚ ਚੱਲੇਗਾ, ਉਹ ਨੇੜੇ ਹੋ ਜਾਏਗਾ। ਉਸ ਦੀ ਵਿਚਾਰ ਪਰਮਾਤਮਾ ਦੇ ਦਰਬਾਰ ਵਿੱਚ ਹੋਏਗੀ। ਪਰ ਜਿਹੜਾ ਕਰਮ ਕਰਦਾ ਹੋਇਆ ਆਪਣੀ ਮਤ ਦਾ ਇਸਤੇਮਾਲ ਕਰੇਗਾ, ਉਹ ਹੌਲੀ ਹੌਲੀ ਮਨ ਉਸ ਦਾ ਦੂਰ ਹੁੰਦਾ ਜਾਏਗਾ। ਉਹ ਗੁਰੂ ਨਾਨਕ ਦੇਵ ਜੀ ਨੇ ਹੁਣ ਇਹ ਸਾਰਾ ਖੇਲ ਹੀ ਸਮਝਾਇਆ ਹੈ, ਜਿਸ ਦੇ ਵਿੱਚ ਫਿਰ ਦਿਨ ਦਾ ਸਮਾਂ ਹੈ, ਇਸ ਨੂੰ ਮਾਇਆ ਦਾ ਨਾਂ ਦਿੱਤਾ ਗਿਆ ਹੈ। ਜੋ ਰਾਤ ਹੈ ਉਸ ਨੂੰ ਪਰਲੋਕ ਦਾ ਵੀ ਗੁਰਬਾਣੀ ਵਿੱਚ ਬਚਨ ਕੀਤਾ ਹੈ। ਉਸ ਨੂੰ ਨਿਜ ਘਰ ਥਿਰ ਕਰ ਕਿਹਾ ਗਿਆ। ਇਸ ਤਰ੍ਹਾਂ ਇਹ 2 ਹਿੱਸਿਆਂ ਵਿੱਚ ਫਿਰ ਮਨੁੱਖੀ ਜਾਮੇ ਨੂੰ ਉਹਨਾਂ ਬਚਨ ਕੀਤੇ ਨੇ, ਸਮਝਾਏ ਹੋਏ ਨੇ ਤੇ ਦੱਸਿਆ ਹੈ ਕਿ ਜੇ ਤੁਸੀਂ ਇਸ ਖੇਲ ਵਿੱਚ ਖੇਲਣਾ ਹੈ, ਜਿੱਤ ਪ੍ਰਾਪਤ ਕਰਨੀ ਹੈ, ਤੇ ਫਿਰ ਤੁਹਾਨੂੰ ਗੁਰੂ ਦੀ ਸ਼ਰਨ ਵਿੱਚ ਆਉਣਾ ਪਏਗਾ। ਕਿਉਂਕਿ 84 ਲੱਖ ਜੂਨ ਵਿੱਚੋਂ ਜੋ ਇੱਕ ਸਿਰਫ ਤੇ ਸਿਰਫ ਮਨ ਸਜਾਮਾ ਹੈ, ਉਹ ਇਸ ਖੇਲ ਨੂੰ ਸਮਝ ਸਕਦਾ ਹੈ। ਬਾਕੀ ਜਿੰਨੀਆਂ ਵੀ ਜੂਨਾਂ ਨੇ ਆਕਾਰ ਵਿੱਚ ਆ ਚੁੱਕੀਆਂ, ਉਹਨਾਂ ਨੂੰ ਸ਼ਬਦ ਦਾ ਭੇਤ ਨਹੀਂ ਆਏਗਾ। ਉਹ ਸੰਗਤ ਵਿੱਚ ਨਹੀਂ ਜਾ ਸਕਦੀਆਂ। ਉਹਨਾਂ ਦੇ ਅੰਦਰ ਉਹ ਬੁੱਧ ਨਹੀਂ ਹੈ, ਅਕਲ ਕਲਾ ਨਹੀਂ ਹੈ, ਜਿਹੜੀ ਗੁਰੂ ਧਾਰਨ ਕਰਕੇ ਗੁਰੂ ਦੀ ਸਿੱਖਿਆ ਤੇ ਚੱਲ ਕੇ ਇਹਦੇ ਵਿੱਚੋਂ ਫਤਿਹ ਪ੍ਰਾਪਤ ਕਰ ਸਕਣ। ਕੇਵਲ ਤੇ ਕੇਵਲ ਇੱਕ ਮਨੁੱਖੀ ਜਾਮਾ, ਇੱਕ ਆਕਾਰ ਮਾਲਕ ਨੇ ਬਣਾਇਆ, ਜਿਸ ਨੂੰ ਸਭ ਤੋਂ ਜ਼ਿਆਦਾ ਗਿਆਨ ਦੇ ਕੇ ਇੱਕ ਮੌਕਾ ਦੇ ਦਿੱਤਾ ਵੀ ਹੁਣ ਇਹ ਖੇਲ ਨੂੰ ਤੂੰ ਜਿੱਤ ਸਕਦਾ ਹੈ। ਤੇ ਮਹਾਰਾਜ ਫਰਮਾਉਂਦੇ ਨੇ, ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਆਪੇ ਫਰਕ ਕਰੇ ਵੇਖ ਵੇਗਸੇ, ਸਭ ਰਸ ਦੇਹੀ ਮਹਾ ਹੈ। ਵਾਜੇ ਪਾਉਣ ਤੇ ਆਪ ਵਜਾਏ, ਸ਼ਿਵ ਸ਼ਕਤੀ ਦੇਹੀ ਮੈਂ ਪਾਏ। ਹੁਣ ਇਹ ਖੇਲ ਸੰਸਾਰ ਵਿੱਚ ਚੱਲਣ ਲੱਗਾ, ਸਾਰਾ ਸੰਸਾਰ ਖੇਲਣ ਲੱਗਾ। ਖੇਲਦਿਆਂ ਖੇਲਦਿਆਂ 4 ਯੁੱਗ ਹੋ ਗਏ। ਮਨ ਵਾਪਸ ਨਹੀਂ ਗਿਆ। ਸਤਯੁਗ ਬੀਤ ਗਿਆ, ਤ੍ਰੇਤਾ ਦੁਆਪਰ ਬੀਤ ਗਿਆ, ਕਲਯੁਗ ਆ ਗਿਆ। ਮਾਲਕ ਨੇ ਨਿਰੰਕਾਰ ਨੇ ਦੇਖਿਆ ਵੀ ਮੈਂ 4 ਯੁੱਗਾਂ ਦਾ ਖੇਲ ਤਿਆਰ ਕੀਤਾ ਸੀ, ਮਨ ਨੂੰ ਖੇਲਣ ਭੇਜਿਆ ਸੀ।
ਇਹ ਖੇਲ ਵਿੱਚ ਹੀ ਮਸਤ ਹੋ ਗਏ ਨੇ, ਇਹ ਵਾਪਸ ਘਰ ਨਹੀਂ ਆ ਰਹੇ। ਉਹਨਾਂ ਨੇ ਫਿਰ ਆਪ ਦੇ ਘਰਾਂ ਤੋਂ, ਆਪ ਦੇ ਘਰ ਵਿੱਚੋਂ ਨੌਕਰ ਨੂੰ ਭੇਜਿਆ, ਆਪ ਦੀ ਕਲਾ ਦੇ ਕੇ, ਆਪ ਦਾ ਚਾਕਰ ਬਣਾ ਕੇ, ਤੇ ਉਸ ਦੇ ਅਵਸਥਾ ਵਿੱਚ ਉਸ ਨੂੰ ਇਸ ਸੰਸਾਰ ਵਿੱਚ ਭੇਜ ਕੇ ਇਹ ਜੋ ਖਜ਼ਾਨਾ ਹੈ ਨਾਮ ਦਾ, ਇਹ ਵਰਤਾਉਣਾ ਸ਼ੁਰੂ ਕੀਤਾ। ਤੇ ਬਚਨ ਮਹਾਰਾਜ ਗੁਰਬਾਣੀ ਵਿੱਚ ਕਰਦੇ ਨੇ ਕਿ ਜਦੋਂ ਗੁਰੂ ਨਾਨਕ ਦੇਵ ਜੀ ਆਏ, ਉਹਨਾਂ ਨੇ ਫਿਰ ਹਰ ਇੱਕ ਦੇ ਕੋਲ ਬੈਠ ਕੇ ਇਹ ਨਾਮ ਦੀ ਵਿਚਾਰ ਸ਼ੁਰੂ ਕੀਤੀ, ਪਰਮਾਰਥ ਦੀ ਗੱਲ ਕਰਨੀ ਸ਼ੁਰੂ ਕੀਤੀ। ਮਨ ਦੀ ਖੁਰਾਕ ਕੀ ਹੈ, ਤਨ ਦੀ ਖੁਰਾਕ ਕੀ ਹੈ, ਮਨ ਦਾ ਘਰ ਕਿਹੜਾ ਹੈ, ਸਰੀਰ ਤੌਰ ਤੇ ਘਰ ਕਿਹੜਾ ਹੈ, ਕਰਮ ਕੀ ਹੈ, ਧਰਮ ਕੀ ਹੈ। ਇਹ ਜਦੋਂ ਸਾਰਾ ਵੱਖਰਾ ਵੱਖਰਾ ਕਰਕੇ ਉਹਨਾਂ ਨੇ ਸਮਝਾਇਆ ਤੇ ਫਿਰ ਲੋਕ ਸਮਝਣ ਲੱਗੇ। ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਵਿਚਾਰਧਾਰਾ ਸੀ, ਉਹ ਕਿਸੇ ਵੱਲ ਉਹ ਸਿੱਧਾ ਨਹੀਂ ਸੀ ਅਟੈਕ ਕਰਦੇ। ਉਹ ਕਿਸੇ ਦੀ ਵਿਚਾਰਧਾਰਾ ਨੂੰ ਕੰਡੈਮਟ ਕਰਨ ਦੀ ਬਜਾਏ ਉਹਨਾਂ ਇੱਕ ਆਪ ਦੀ ਨਵੀਂ ਵਿਚਾਰਧਾਰਾ ਦੇ ਦਿੱਤੀ। ਤੇ ਕੀ ਬਚਨ ਕੀਤਾ, ਤ੍ਰੈ ਗੁਣ ਮੇਟੇ ਚੌਥੇ ਵਰਤੇ ਇਹਾ ਭਗਤ ਨਿਰਾਰੀ। ਤੁਸੀਂ ਆਪਣਾ ਮਨ ਬਦਲਣਾ ਹੈ। ਤੁਸੀਂ ਸੰਸਾਰ ਵਿੱਚ ਵਿਚਰੋ, ਕਾਰਜ ਵੀ ਕਰੋ, ਕਿਰਤ ਵੀ ਕਰੋ, ਪਰ ਧਰਮ ਨੂੰ ਨਾਲ ਲੈ ਕੇ ਚੱਲੋ। ਧਰਮ ਨੂੰ ਜਦੋਂ ਤੁਸੀਂ ਕਮਾਓਗੇ, ਹੌਲੀ ਹੌਲੀ ਮਨ ਬਦਲੇਗਾ। ਸੁਰਤ ਦਾ ਵਾਸਾ ਮਾਇਆ ਦੇ ਘਰ ਵਿੱਚੋਂ ਨਿਕਲ ਕੇ ਨਿੱਜ ਘਰ ਦੇ ਵਿੱਚ ਹੋ ਜਾਏਗਾ। ਉੱਥੇ ਫਿਰ ਜਿਸ ਪਰਮਾਤਮਾ ਨੂੰ ਅਸੀਂ ਦੂਰ ਸਮਝਦੇ ਸੀ, ਜਿਸ ਨੂੰ ਅਸੀਂ ਕਦੀ ਕਿਸੇ ਵੀ ਦਿਸ਼ਾ ਵਿੱਚ ਸਮਝਦੇ ਰਹੇ, ਕਦੀ ਪੂਰਬ ਵਾਲੇ ਪਾਸੇ ਜਾਂਦੇ ਰਹੇ, ਕਦੀ ਉੱਤਰ ਵਿੱਚ ਜਾ ਕੇ ਲੱਭਦੇ ਰਹੇ, ਕੋਈ ਦੱਖਣ ਵਿੱਚ ਜਾ ਕੇ ਪਰਮਾਤਮਾ ਦੇ ਗੁਣ ਗਾਉਂਦਾ ਰਿਹਾ। ਗੁਰੂ ਨਾਨਕ ਦੇ ਘਰ ਨੇ ਬਚਨ ਕੀਤਾ ਵੀ ਉਹ ਸਰਵ ਵਿਆਪਕ ਹੈ, ਹਰ ਥਾਂ ਹਾਜ਼ਰ ਹੈ, ਅੰਦਰ ਵੀ ਹੈ, ਬਾਹਰ ਵੀ ਹੈ। ਨੇਤਰ ਖੋਲੋਗੇ ਤੇ ਸਰਗੁਣ ਸਰੂਪ ਵਿੱਚ ਦਿਸੇਗਾ, ਨੇਤਰ ਬੰਦ ਕਰੋਗੇ ਤੇ ਅੰਦਰ ਨਿਰਗੁਣ ਸਰੂਪ ਵਿੱਚ ਹੈ, ਜੋਤ ਸਰੂਪ ਵਿੱਚ ਹੈ। ਇਸ ਕਰਕੇ ਤੁਸੀਂ ਆਪ ਦਾ ਮਨ ਬਦਲਣਾ ਹੈ, ਕਿਉਂਕਿ ਜੋ ਮਨ ਹੈ ਉਹ ਨਿਰੰਕਾਰ ਦੇ ਹੁਕਮ ਤੋਂ ਬਾਹਰ ਜਾ ਚੁੱਕਾ ਹੈ। ਤੇ ਹੁਕਮ, ਸ਼ਬਦ, ਨਾਮ, ਇਸ ਦਾ ਭੇਤ ਫਿਰ ਗੁਰੂ ਨਾਨਕ ਦੇਵ ਜੀ ਨੇ 4 ਉਦਾਸੀਆਂ ਵਿੱਚ ਦੇਣਾ ਸ਼ੁਰੂ ਕੀਤਾ। ਜੋ ਭਾਈ ਗੁਰਦਾਸ ਜੀ ਆਪਾਂ ਨੂੰ ਬਚਨ ਕਰਦੇ ਨੇ ਵੀ ਗੁਰੂ ਨਾਨਕ ਦੇਵ ਜੀ ਨੇ ਸਤਿਨਾਮ ਦਾ ਚੱਕਰ ਚਲਾਇਆ। ਉਸ ਸੱਚ ਦਾ ਭੇਦ ਦੇ ਕੇ, ਨਾਮ ਦਾ ਭੇਦ ਦੇ ਕੇ ਜੀਵਾਂ ਦੇ ਭੁੱਲਿਆ ਹੋਇਆ ਮਨਾਂ ਨੂੰ ਸਿੱਧਾ ਮਿਲਾਪ ਕਰਾਇਆ ਹੈ। ਜਿਸ ਪਰਮਾਤਮਾ ਤੋਂ ਜੀਵ ਵਿਛੜ ਚੁੱਕਿਆ ਸੀ, ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਜੀਵ ਸ਼ਬਦ ਦੀ ਅਰਾਧਨਾ ਕਰਨ ਲੱਗੇ। ਆਕਾਰਾਂ ਨੂੰ ਛੱਡ ਕੇ, ਸਰੀਰਾਂ ਨੂੰ ਛੱਡ ਕੇ ਉਹ ਨਿਰੰਕਾਰ ਦੇ ਉਪਾਸ਼ਕ ਬਣੇ। ਤੇ ਗੁਰੂ ਨਾਨਕ ਦੇਵ ਜੀ ਦੀ ਵਿਚਾਰ ਨੂੰ ਸੁਣ ਕੇ ਜਦੋਂ ਲੋਕਾਂ ਦੇ ਮਨਾਂ ਨੂੰ ਸ਼ਾਂਤੀ ਆਉਂਦੀ ਗਈ, ਗੁਰੂ ਨਾਨਕ ਦੇਵ ਜੀ ਦਾ ਨਾਂ ਨਾਨਕ ਨਿਰੰਕਾਰੀ ਪਾ ਦਿੱਤਾ ਗਿਆ। ਵੀ ਜਿਹੜਾ ਵੀ ਇਹਨਾਂ ਦੇ ਨਾਲ ਗੱਲ ਕਰਦਾ ਹੈ, ਉਹ ਪਰਮਾਤਮਾ ਦੀਆਂ ਹੀ ਗੱਲਾਂ ਕਰਨ ਲੱਗ ਪੈਂਦਾ ਹੈ। ਮਾੜੇ ਤੋਂ ਮਾੜਾ, ਭੈੜੇ ਤੋਂ ਭੈੜਾ ਮਨੁੱਖ ਬਦਲ ਜਾਂਦਾ ਹੈ। ਇਤਿਹਾਸ ਵਿੱਚ ਉਹਨਾਂ ਦੀ ਬਾਣੀ ਵਿੱਚ ਆਪਾਂ ਜੀਵਨ ਵਿੱਚ ਦੇਖਦੇ ਹਾਂ ਵੀ ਚਾਹੇ ਕੋਈ ਰਾਖਸ਼ ਬਿਰਤੀ ਵਾਲਾ ਸੀ, ਥੋੜ੍ਹਾ ਜਿਹਾ ਹੀ ਸੰਗ ਕੀਤਾ ਹੈ, ਕੋਈ ਥੋੜ੍ਹੀ ਜਿਹੀ ਸ਼ਬਦ ਦੀ ਚੋਟ ਹੀ ਮਾਰੀ ਹੈ, ਮਨ ਬਦਲ ਦਿੱਤਾ ਹੈ ਤੇ ਮੁੜ ਕੇ ਉੱਥੋਂ ਦਾ ਪ੍ਰਚਾਰਕ ਬਣ ਗਿਆ। ਲੋਕਾਂ ਨੂੰ ਸਮਝਾਉਣ ਲੱਗਾ ਵੀ ਨਾਮ ਜਪਿਆ ਕਰੋ ਜੀ, ਸੰਗਤ ਕਰਿਆ ਕਰੋ। ਇਹ ਕਰਾਮਾਤ ਸੀ। ਕਈ ਜੀਵ ਦੁਨਿਆਵੀ ਤੌਰ ਤੇ ਕਰਾਮਾਤ ਦੇਖਣੀ ਚਾਹੁੰਦੇ ਨੇ, ਪਰ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਨਾਮ ਦੀ ਕਰਾਮਾਤ ਹੈ। ਜਿਹੜਾ ਨਾਮ ਜਪਦਾ ਹੈ ਉਹ ਆਪ ਤਾਂ ਤਰਦਾ ਹੀ ਤਰਦਾ ਹੈ, ਉਹ ਦੂਸਰੇ ਨੂੰ ਵੀ ਤਾਰਨ ਦੇ ਸਮਰੱਥ ਬਣ ਜਾਂਦਾ ਹੈ। ਕਲਯੁਗ ਦੇ ਵਿੱਚ ਨਾਮ ਕਰਾਮਾਤ ਹੈ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਗੁਰਸਿੱਖਾਂ ਨੂੰ ਨਾਮ ਦੇ ਨਾਲ ਜੋੜਿਆ, ਸ਼ਬਦ ਦੇ ਨਾਲ ਜੋੜਿਆ। ਤੇ ਇਹ ਵਿਚਾਰਧਾਰਾ ਜੋ ਸੰਸਾਰ ਦੇ ਵਿੱਚੋਂ ਅਲੋਪ ਹੋ ਚੁੱਕੀ ਸੀ, ਆਕਾਰਾਂ ਦੀ ਲੋਕ ਪੂਜਾ ਕਰਦੇ, ਅਸਥਾਨਾਂ ਦੇ ਨਾਲ ਜੁੜੇ ਹੋਏ, ਕੋਈ ਇਸ਼ਨਾਨ ਕਰਕੇ ਮੁਕਤ ਹੋਣਾ ਚਾਹੁੰਦਾ, ਇਸ ਤਰ੍ਹਾਂ ਉਹਨਾਂ ਨੇ ਇਹ ਵਿਚਾਰਧਾਰਾ ਦਾ ਖੰਡਨ ਕਰਕੇ
ਇੱਕ ਵਿਚਾਰਧਾਰਾ ਦਿੱਤੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਭਾਵੇਂ ਤੁਸੀਂ ਕਰਮ ਕਰਦੇ ਹੋ, ਭਾਵੇਂ ਤੁਸੀਂ ਕਰਮ ਤੋਂ ਵਿਹਲੇ ਹੋ, ਭਾਵੇਂ ਜਾਗਦੇ ਹੋ, ਭਾਵੇਂ ਸੁੱਤੇ ਹੋ, ਜੇ ਮਨ ਸ਼ਬਦ ਦੇ ਨਾਲ ਜੁੜਿਆ ਹੋਇਆ ਹੈ, ਸੁਰਤੀ ਨਿਜ ਘਰ ਵਿੱਚ ਟਿਕੀ ਹੋਈ ਹੈ, ਤੇ ਤੁਸੀਂ ਭਗਤੀ ਕਰ ਰਹੇ ਹੋ। ਜੇ ਤੁਹਾਡੀ ਸੁਰਤੀ ਵਿਖਿਆ ਦੇ ਵਿਚਾਰਾਂ ਵਿੱਚ ਹੈ, ਉਂਝ ਸਰੀਰ ਕਰਕੇ ਤੁਸੀਂ ਭਾਵੇਂ ਜੋ ਮਰਜ਼ੀ ਕਰਦੇ ਹੋ, ਉਹ ਤੁਹਾਡੀ ਭਗਤੀ ਵਿੱਚ ਸ਼ਾਮਲ ਨਹੀਂ ਹੈ। ਨਾਨਕ ਸਤਿਗੁਰ ਭੇਟੀ ਹੈ, ਹੋਵੇ ਪੂਰੀ ਜੁਗਤ, ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ, ਵਿਚੇ ਹੋਵੇ ਮੁਕਤ। ਤੁਸੀਂ ਧਿਆਨ ਬਦਲਣਾ ਹੈ, ਸੁਰਤ ਨੂੰ ਬਦਲਣਾ ਹੈ। ਜੇ ਸੁਰਤੀ ਦਾ ਟਿਕਾਓ ਨਹੀਂ ਹੈ, ਜਿੱਥੇ ਤੁਹਾਡਾ ਧਿਆਨ ਹੈ, ਤੁਸੀਂ ਉਹ ਕਰਮ ਕਰ ਰਹੇ ਹੋ। ਜਿਸ ਤਰ੍ਹਾਂ ਇਤਿਹਾਸ ਵਿੱਚ ਉਹਨਾਂ ਦੀ ਜੀਵਨ ਵਿੱਚ ਜਦੋਂ ਨਵਾਬ ਨਾਲ ਗੱਲ ਹੋਈ, ਕਾਜੀ ਸਾਹਿਬ ਨਾਲ ਗੱਲ ਹੋਈ, ਉਹ ਕਹਿਣ ਲੱਗੇ ਵੀ ਤੁਸੀਂ ਸਾਡੇ ਨਾਲ ਨਮਾਜ਼ ਅਦਾ ਕਰੋ, ਵੀ ਤੁਸੀਂ ਤਾਂ ਕਹਿੰਦੇ ਹੋ ਪਰਮਾਤਮਾ ਸਾਂਝਾ ਹੀ ਹੈ, ਸਾਰਿਆਂ ਦਾ ਹੀ ਹੈ, ਤੇ ਤੁਸੀਂ ਫਿਰ ਨਮਾਜ਼ ਕਿਉਂ ਨਹੀਂ ਪੜ੍ਹਦੇ? ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਵੀ ਨਮਾਜ਼ ਪੜ੍ਹ ਲੈਂਦੇ ਹਾਂ, ਚਲੋ। ਗਏ ਨੇ ਜਾ ਕੇ ਮਦਰਸੇ ਵਿੱਚ, ਤੇ ਅੰਦਰ ਜਾ ਕੇ ਜਦੋਂ ਕਾਜੀ ਸਾਹਿਬ ਬੋਲ ਰਹੇ ਨੇ, ਗੁਰੂ ਨਾਨਕ ਦੇਵ ਜੀ ਚੁੱਪ ਕਰਕੇ ਖੜੇ ਰਹੇ, ਸੁਣੇ ਗਏ। ਜਦੋਂ ਨਮਾਜ਼ ਹੋ ਗਈ, ਸੀਸ ਨਿਵਾ ਦਿੱਤਾ, ਪੁੱਛਣ ਲੱਗੇ ਵੀ ਤੁਸੀਂ ਨਮਾਜ਼ ਤਾਂ ਕੀਤੀ ਨਹੀਂ, ਤੁਸੀਂ ਤਾਂ ਸੀਸ ਨਹੀਂ ਨਿਵਾਇਆ। ਤੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਨਮਾਜ਼ ਤੁਸੀਂ ਵੀ ਨਹੀਂ ਕੀਤੀ। ਕਿਉਂ? ਕਿਉਂਕਿ ਤੁਹਾਡਾ ਧਿਆਨ ਉੱਥੇ ਨਹੀਂ ਸੀ। ਉਹ ਫਿਰ ਪੁੱਛਣ ਲੱਗੇ ਵੀ ਇਸ ਤਰ੍ਹਾਂ ਤਾਂ ਸਾਨੂੰ ਦੱਸੋ, ਫਿਰ ਕਿੱਥੇ ਸੀ ਧਿਆਨ? ਫਿਰ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਵੀ ਤੁਹਾਡਾ ਧਿਆਨ ਤਾਂ ਘਰ ਵਿੱਚ ਸੀ, ਵੀ ਕਿਤੇ ਵਿਸ਼ੇਰੀ ਖੁੱਲ੍ਹ ਨਾ ਜਾਏ, ਦੁੱਧ ਨਾ ਚੁੰਘ ਜੇ ਮੱਝ ਦਾ। ਦੂਜਾ ਕਹਿਣ ਲੱਗਾ ਵੀ ਮੇਰਾ ਕਿੱਥੇ ਸੀ? ਮਹਾਰਾਜ ਨੇ ਉਹਦਾ ਦੱਸ ਦਿੱਤਾ ਵੀ ਤੁਹਾਡੀ ਸੁਰਤੀ ਤਾਂ ਉੱਥੇ ਗਈ ਹੋਈ ਸੀ, ਤੇ ਤੁਸੀਂ ਤਾਂ ਇਸ ਸਰੀਰ ਨੂੰ ਮੇਰੇ ਸਾਹਮਣੇ ਖੜੇ ਕਰਕੇ ਕਦੀ ਉੱਪਰ ਹੋ ਰਹੇ ਸੀ, ਕਦੀ ਥੱਲੇ ਹੋ ਰਹੇ ਸੀ, ਮਨ ਵਿੱਚ ਤਾਂ ਚਿੰਤਾ ਚੱਲ ਰਹੀ ਸੀ। ਉਹ ਜਿਹੜਾ ਚਿੰਤਾ ਹੈ, ਉਸ ਨੂੰ ਚਿੰਤਨ ਵਿੱਚ ਬਦਲਣਾ ਹੈ, ਮਨ ਕਰਕੇ ਭਗਤੀ ਕਰਨੀ ਹੈ। ਇਹ ਜੋ ਗੁਰੂ ਨਾਨਕ ਦੇਵ ਜੀ ਦਾ ਭਗਤੀ ਦਾ ਰਸਤਾ ਹੈ, ਤ੍ਰੈ ਗੁਣ ਮੇਟੇ ਚੌਥੇ ਵਰਤੇ, ਇਹ ਭਗਤ ਨਿਰਾਰੀ। ਵੀ ਅਸੀਂ ਆਪਦੇ ਮਨ ਨੂੰ ਵਿਚਾਰਾਂ ਵਿੱਚੋਂ ਆਜ਼ਾਦ ਕਰਾਉਣਾ ਹੈ। ਹੁਣ ਉਹ ਜੋ ਮਨ ਹੈ, ਉਹ ਹਰ ਇੱਕ ਦੇ ਜੀਵ ਦਾ ਮਨ ਉਹ ਟਿਕਾਓ ਵਿੱਚ ਨਹੀਂ ਹੈ। ਇਸ ਨੂੰ ਵਿਚਾਰਾਂ ਦੇ ਵਿੱਚੋਂ ਕਿਵੇਂ ਕੱਢਣਾ ਹੈ, ਕਿਵੇਂ ਇਸ ਨੂੰ ਨਿਜ ਘਰ ਵਿੱਚ ਲੈ ਕੇ ਜਾਣਾ ਹੈ, ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਸਾਰ ਦੇ ਵਿੱਚ ਮਾਰਗਦਰਸ਼ਨ ਕੀਤਾ ਹੈ। ਕਿਉਂਕਿ ਆਪੋ ਆਪ ਦੇ ਮਤ ਦਾ ਤਾਂ ਸਾਰਾ ਸੰਸਾਰ ਹੀ ਇਸਤੇਮਾਲ ਕਰਦਾ ਸੀ, ਪਰ ਉਸ ਅੱਲਾਹ ਤਾਲਾ ਨੂੰ ਨਹੀਂ ਸੀ ਮਿਲੇ ਹੋਏ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆ, ਕੋਈ ਅਲਾਹੇ। ਸਾਰੇ ਆਪਣੀ ਆਪਣੀ ਭਾਸ਼ਾ ਦੁਆਰਾ, ਆਪਣੇ ਆਪਣੇ ਤਰੀਕਿਆਂ ਦੁਆਰਾ ਉਹ ਸੰਸਾਰ ਦੇ ਵਿੱਚ ਕਰ ਰਹੇ ਸਨ ਆਪੋ ਆਪ ਦੀਆਂ ਧਰਮ ਦੀ ਜਿਹੜੀ ਕਿਰਤ ਹੈ, ਧਰਮ ਦੀ ਜਿਹੜੀ ਅਵਸਥਾ ਹੈ, ਕਰਮ ਉਹ ਕਰ ਰਹੇ ਸਨ। ਪਰ ਆਪਸ ਵਿੱਚੋਂ ਦੁਬਦਾ ਨਹੀਂ ਸੀ ਮਰੀ ਹੋਈ, ਈਰਖਾ ਸੀ, ਮਨਾਂ ਦੇ ਵਿੱਚ ਹੰਕਾਰ ਸੀ, ਕ੍ਰੋਧ ਸੀ, ਵਿਚਾਰਾਂ ਦੇ ਵਿੱਚੋਂ ਮਨ ਨਹੀਂ ਸੀ ਆਜ਼ਾਦ ਹੋਇਆ। ਤੇ ਮਹਾਰਾਜ ਨੇ ਇਸ ਚੀਜ਼ ਨੂੰ ਸਮਝਾਇਆ ਵੀ ਇਹੀ ਖੇਲ ਹੈ ਵੀ ਤੁਸੀਂ ਇਸ ਸ਼ਕਤੀ ਦੇ ਮਾਇਆ ਦੇ ਘਰ ਵਿੱਚੋਂ ਮਨ ਨੂੰ ਆਜ਼ਾਦ ਕਿਵੇਂ ਕਰਾਉਣਾ ਹੈ, ਭਾਵ ਮਨ ਨੂੰ ਸ਼ਬਦ ਦੇ ਘਰ ਵਿੱਚ ਕਿਵੇਂ ਲੈ ਕੇ ਜਾਣਾ ਹੈ। ਉਸ ਵਾਸਤੇ ਮਹਾਰਾਜ ਨੇ ਉਪਦੇਸ਼ ਦੇ ਕੇ ਇੱਕ ਰਸਤਾ ਪ੍ਰਗਟ ਕੀਤਾ। ਉਸ ਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰਮੁਖ ਗਾਡੀ ਰਾਹ ਚਲਾਇਆ। ਗੁਰਮੁਖ ਨੇ ਗਾਡੀ ਰਾਹ ਚਲਾਇਆ, ਸਹਿਜ ਸੁਭਾਏ ਹੀ ਮਨ ਦਾ ਉਲਟਾਉਣਾ ਦੱਸਿਆ। ਤੇ ਖੇਲ ਸਮਝਾਉਂਦੇ ਨੇ ਵੀ ਜਦੋਂ ਤੁਸੀਂ ਇਸ ਸੰਸਾਰ ਦੇ ਵਿੱਚ ਖੇਲਦੇ ਹੋ, ਇੱਥੇ ਖੇਲ ਚੱਲਦਾ ਹੈ ਵਿਚਾਰਾਂ ਦਾ, ਫੁਰਨਿਆਂ ਦਾ। ਇਹ ਵਿਚਾਰ, ਇਹ ਫੁਰਨੇ ਪੌਣ ਦੁਆਰਾ ਚੱਲਦੇ ਨੇ। ਇਸ ਲੋਕ ਦਾ ਗੁਰੂ ਪੌਣ ਹੈ। ਪਰ ਜਦੋਂ ਤੁਸੀਂ ਸੌਂ ਜਾਂਦੇ ਹੋ, ਸਰੀਰ ਇੱਥੇ ਰਹਿ ਜਾਂਦਾ ਹੈ, ਮਨ ਪੌਣ ਤੋਂ ਵੱਖ ਹੋ ਜਾਂਦਾ ਹੈ, ਤੁਹਾਨੂੰ ਸੁਪਨਾ ਆਉਂਦਾ ਹੈ। ਹੁਣ ਉਸ ਸੁਪਨੇ ਵਿੱਚ ਕੌਣ ਤੁਰਿਆ ਫਿਰਦਾ ਹੈ? ਤੁਸੀਂ ਦੇਖ ਰਹੇ ਹੋ, ਤੁਰਦੇ ਫਿਰਦੇ ਹੋ, ਸਰੀਰ ਤੁਹਾਡਾ ਇੱਥੇ ਹੈ,
ਉਹ ਜੋ ਸੁਰਤ ਕਰਕੇ ਤੁਸੀਂ ਸਫ਼ਰ ਕਰ ਰਹੇ ਹੋ, ਉਹ ਮਨ ਹੈ। ਉਸ ਮਨ ਦੀ ਪੜ੍ਹਾਈ ਕਰੋ, ਉਸ ਮਨ ਦੀ ਖੋਜ ਕਰੋ। ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੂਟੇ ਮਨ ਕਹਾਂ ਸਮਾਈ। ਇਸੇ ਤਰ੍ਹਾਂ ਤੁਸੀਂ ਅੰਤ ਸਮੇਂ ਸਰੀਰ ਨੂੰ ਛੱਡੋਗੇ, ਜਿਵੇਂ ਸੌਣ ਲੱਗਿਆਂ ਛੱਡ ਦਿੰਦੇ ਹੋ। ਤੁਹਾਨੂੰ ਇੱਧਰਲਾ ਭੁੱਲ ਜਾਂਦਾ ਹੈ ਵੀ ਕੌਣ ਮੇਰਾ ਬੱਚਾ ਹੈ, ਕੌਣ ਸੰਸਾਰ ਹੈ। ਜਦੋਂ ਤੁਸੀਂ ਅੰਤ ਸਮੇਂ ਵੀ ਛੱਡੋਗੇ, ਇਹ ਕਲਾ ਵਾਪਰੇਗੀ। ਉਦੋਂ ਵੀ ਨੀਂਦ ਹੀ ਆਏਗੀ, ਪਰ ਉਦੋਂ ਤੁਹਾਨੂੰ ਤਕਲੀਫ ਥੋੜ੍ਹੀ ਜਿਹੀ ਹੋਏਗੀ ਜੇ ਤੁਸੀਂ ਸ਼ਬਦ ਵਿੱਚ ਨਾ ਸਮਾਏ, ਕਿਉਂਕਿ ਉਦੋਂ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਏਗਾ ਵੀ ਮੈਨੂੰ ਬੁਲਾ ਰਹੇ ਨੇ। ਤੁਸੀਂ ਅੰਤਰਮੁਖੀ ਹੋਣ ਦੀ ਬਜਾਏ ਫਿਰ ਬਾਹਰ ਧਿਆਨ ਕਰੋਗੇ, ਪਰਿਵਾਰ ਵੱਲ ਧਿਆਨ ਕਰੋਗੇ, ਕਰਮ ਵੱਲ ਧਿਆਨ ਕਰੋਗੇ, ਫਿਰ ਤਕਲੀਫ ਹੋਏਗੀ। ਇਸ ਤਰ੍ਹਾਂ ਉਹਨਾਂ ਨੇ ਸਮਝਾਇਆ ਵੀ ਇਹ ਜਿਹੜਾ ਤੁਸੀਂ ਰੋਜ਼ ਸਹਿਜ ਸੁਭਾਏ ਆਉਂਦੇ ਜਾਂਦੇ ਹੋ, ਰਾਤ ਨੂੰ ਸੌਂਦੇ ਹੋ, ਦਿਨੇ ਆਉਂਦੇ ਹੋ, ਇਸ ਵਿਧੀ ਨੂੰ ਅਪਣਾਓ ਅਤੇ ਜੀਵਨ ਜਾਚ ਨੂੰ ਸਿੱਖ ਕੇ ਆਉਣਾ ਜਾਣਾ ਸਿੱਖ ਲਓ। ਇਸੇ ਨੂੰ ਮਹਾਰਾਜ ਸਮਝਾਉਂਦੇ ਨੇ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਜੇ ਤੁਸੀਂ ਇਸ ਚੀਜ਼ ਨੂੰ ਸਿੱਖ ਗਏ, ਪਾਉਣ ਵਿੱਚ ਮਿਲਣਾ, ਵਿਚਾਰਾਂ ਵਿੱਚ ਆ ਕੇ ਇਸ ਖੇਲ ਵਿੱਚ ਨਾ ਉਲਝਣਾ, ਜਾਗਦਿਆਂ ਰਹਿਣਾ, ਅਤੇ ਰਾਤ ਨੂੰ ਪਾਉਣ ਨੂੰ ਛੱਡ ਕੇ ਸ਼ਬਦ ਵਿੱਚ ਸਮਾ ਕੇ ਨਿਜ ਘਰ ਵਿੱਚ ਚਲਿਆ ਜਾਣਾ, ਅਤੇ ਫਿਰ ਤੁਸੀਂ ਜੀਵਨ ਦੀ ਇਸ ਬਾਜੀ ਵਿੱਚ ਪਾਸ ਹੋ ਜਾਓਗੇ। ਇਸ ਖੇਲ ਨੂੰ ਜਿੱਤ ਜਾਓਗੇ ਜਿਉਂਦੇ ਜੀ। ਆਕਾਰ ਛੱਡਣ ਤੋਂ ਬਾਅਦ ਤਾਂ ਕੋਈ ਆ ਕੇ ਨਹੀਂ ਦੱਸਦਾ ਵੀ ਮੈਂ ਜਿੱਤ ਗਿਆ ਹਾਂ ਜਾਂ ਮੈਂ ਕਿਹੜੀ ਜ਼ੋਨ ਵਿੱਚ ਹਾਂ, ਕੋਈ ਵੀ ਆ ਕੇ ਨਹੀਂ ਦੱਸਦਾ। ਪਰ ਗੁਰਬਾਣੀ ਵਿੱਚ ਗੁਰਮੁਖ ਦੱਸ ਰਹੇ ਨੇ ਵੀ ਅਸੀਂ ਜਿਉਂਦੇ ਜੀ ਆਉਣਾ ਜਾਣਾ ਬਣਾ ਲਿਆ ਹੈ। ਅਸੀਂ ਉਸ ਮੁਕਾਮ 'ਤੇ ਪਹੁੰਚ ਗਏ ਹਾਂ ਜਿੱਥੇ ਜੀਵ ਸਰੀਰ ਛੱਡਣ ਤੋਂ ਬਾਅਦ ਜਾਂਦਾ ਹੈ। ਉਸ ਨੂੰ ਜੀਵਤ ਮਰਨਾ ਕਿਹਾ ਗਿਆ। ਅਤੇ ਇਹ ਜਿਉਂਦਿਆਂ ਜੀ ਮਰਨਾ ਸ਼ਬਦ ਦਾ ਅਭਿਆਸ ਕਰਾ ਕੇ ਚੌਥੇ ਪਦ ਦਾ ਵਾਸਾ ਇਹ ਗੁਰੂ ਨਾਨਕ ਦੇਵ ਜੀ ਨੇ ਪ੍ਰੈਕਟੀਕਲ ਕਰਵਾਇਆ। ਗੁਰ ਪ੍ਰਸਾਦੀ ਜੀਵਤ ਮਰੇ, ਮਰ ਜੀਵੇ ਸ਼ਬਦ ਕਮਾਏ, ਮੁਕਤ ਦੁਆਰਾ ਸੋਈ ਪਾਏ, ਜੇ ਵਿੱਚੋਂ ਆਪ ਗਵਾਏ। ਇਸੇ ਹੀ ਅਵਸਥਾ ਵਿੱਚ ਗੁਰੂ ਨਾਨਕ ਦੇਵ ਜੀ ਜਦੋਂ 4 ਅਦਾਸੀਆਂ ਕੀਤੀਆਂ ਨੇ, ਬ੍ਰਹਮ ਦਾ ਭੇਦ ਦੇ ਕੇ ਲੋਕਾਂ ਨੂੰ ਨਿਰੰਕਾਰ ਨਾਲ ਜੋੜ ਦਿੱਤਾ, ਸ਼ਬਦ ਦਾ ਬੋਧ ਕਰਾ ਦਿੱਤਾ, ਫਿਰ ਕਰਤਾਰਪੁਰ ਦੀ ਧਰਤੀ 'ਤੇ ਆਏ ਨੇ। ਸਭ ਤੋਂ ਪਹਿਲਾਂ ਜੋ ਇੱਕ ਧਰਮਸ਼ਾਲਾ ਦੇ ਰੂਪ ਵਿੱਚ ਉੱਥੋਂ ਸੱਚ ਦੀ ਆਵਾਜ਼ ਬੁਲੰਦ ਕੀਤੀ ਹੈ। ਨਾਲ ਨਾਲ ਕਰਮ ਦਾ ਸਾਨੂੰ ਸਿਖਾਇਆ, ਖੇਤੀ ਕਰਕੇ ਦਿਖਾਈ ਵੀ ਗੁਰੂ ਦਾ ਸਿੱਖ ਕਰਮ ਵੀ ਕਰੇਗਾ, ਕਿਸੇ ਦੇ ਅੱਗੇ ਡਿਪੈਂਡ ਨਹੀਂ ਹੋਏਗਾ। ਸੁਬਹ ਸ਼ਾਮ ਸ਼ਬਦ ਦਾ ਆਸਰਾ ਦੇ ਕੇ ਸ਼ਬਦ ਦੀ ਕਮਾਈ ਕਰਵਾਈ ਗੁਰਸਿੱਖਾਂ ਤੋਂ, ਅਤੇ ਉਸ ਅਵਸਥਾ ਵਿੱਚ ਇਹ ਖਜ਼ਾਨਾ ਪ੍ਰਗਟ ਕੀਤਾ ਹੈ ਨਾਮ ਦਾ। ਅਤੇ ਜਦੋਂ ਗੁਰੂ ਨਾਨਕ ਦੇਵ ਜੀ ਆਪਦੇ ਸਿੱਖਾਂ ਵਿੱਚ ਸੰਗਤਾਂ ਵਿੱਚ ਵਿਚਰਦੇ ਨੇ, ਅਤੇ ਉਹਨਾਂ ਨੇ ਇੱਕ ਇਸ਼ਾਰਾ ਕੀਤਾ ਵੀ ਜਦੋਂ ਸਾਡਾ ਜਾਣ ਦਾ ਸਮਾਂ ਆਏਗਾ, ਅਸੀਂ ਅਗਲਾ ਕੋਈ ਗੁਰਮੁਖ ਚੁਣਨਾ ਹੈ, ਅਸੀਂ ਉਸ ਨੂੰ ਖਜ਼ਾਨਾ ਦੇਣਾ ਹੈ, ਇਹ ਜੋ ਅਸੀਂ ਨਿਰੰਕਾਰ ਵੱਲੋਂ ਲੈ ਕੇ ਆਏ ਹਾਂ। ਜੋ ਸਿੱਧਾਂ ਨਾਲ ਜਦੋਂ ਬਚਨ ਹੁੰਦੇ ਨੇ, ਉੱਥੇ ਉਹ ਪੁੱਛਦੇ ਨੇ ਵੀ ਤੁਸੀਂ ਕੀ ਇਹ ਕਥਾ ਕਰ ਰਹੇ ਹੋ, ਸਾਡੇ ਨਾਲ ਗੱਲਬਾਤ ਕਰ ਰਹੇ ਹੋ, ਇਹ ਕਿਹੜੀ ਕਥਾ ਹੈ? ਅਤੇ ਉਹ ਜਵਾਬ ਮਹਾਰਾਜ ਦਿੰਦੇ ਨੇ, ਕਵਨ ਕਥਾ ਲੈ ਰਹੋ ਨਿਰਾਲਾ, ਅਕਥ ਕਥਾ ਲੈ ਰਹੋ ਨਿਰਾਲਾ। ਵੀ ਇਹ ਅਕਥ ਦਾ ਗਿਆਨ ਹੈ। ਕਿਤ ਬਿਦ ਵਿਛੜੈ, ਕਿਤ ਬਿਦ ਮਿਲੀਐ, ਇਹ ਬਿਦ ਕੌਣ ਪ੍ਰਗਟਾਏ ਜੀਓ। ਗੁਰਮੁਖ ਮਿਲੀਐ ਮਨਮੁਖ ਵਿਛੜੇ, ਗੁਰਮੁਖ ਬਿਦ ਪ੍ਰਗਟਾਏ ਜੀਓ। ਗੁਰਮੁਖ ਮਨ ਦੀ ਮਿਲਾਪ ਦੀ ਕਹਾਣੀ ਕਰਦਾ ਹੈ ਵੀ ਮਨ ਪਰਮਾਤਮਾ ਨੂੰ ਕਿਵੇਂ ਮਿਲ ਸਕਦਾ ਹੈ। ਅਤੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਵੀ ਅਸੀਂ ਤੁਹਾਡੇ ਕੋਲ ਇਹ ਸੁਮੇਰ ਪਰਬਤ 'ਤੇ ਆਏ ਹਾਂ, ਆਹ ਤੁਹਾਨੂੰ ਸਮਝਾਉਣ ਨਹੀਂ ਆਏ ਹਾਂ, ਤੁਸੀਂ ਭੁੱਲੇ ਹੋਏ ਹੋ, ਲੁਕਾਈ ਭੁੱਲ ਚੁੱਕੀ ਹੈ। ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦੇ ਸਿਆਈ, ਬਾਝ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਅਤੇ ਜਦੋਂ ਸਿੱਧਾਂ ਨਾਲ ਇਹ ਬਚਨ ਹੋਏ ਅਤੇ ਉਹਨਾਂ ਨੂੰ ਸਮਝਾਇਆ, ਸਿੱਧਾਂ ਨੇ ਫਿਰ ਇਸ ਗੱਲ ਨੂੰ ਮੰਨਿਆ ਵੀ ਗੁਰੂ ਨਾਨਕ ਦੇਵ ਜੀ ਕਲਯੁਗ ਨੂੰ ਤਾਰਨ ਆਏ ਨੇ। ਸਭ ਸਿੱਧੀ ਸੁਣ ਬੁੱਝਿਆ, ਕਲ ਤਾਰਨ ਗੁਰੂ ਨਾਨਕ ਆਇਆ।
ਹੁਣ ਅੰਤ ਸਮੇਂ ਜਿਵੇਂ ਕਰਤਾਰਪੁਰ ਮਹਾਰਾਜ ਨੇ ਵਿਚਾਰ ਸੰਗਤਾਂ ਵਿੱਚ ਰੱਖੀ ਵੀ ਜੇ ਕੋਈ ਗੁਰਮੁਖ ਅੱਗੇ ਆਉਣਾ ਚਾਹੁੰਦਾ ਹੈ ਉਸਨੇ ਕੀ ਕਰਨਾ ਹੈ। ਹੁਣ ਕਿਉਂਕਿ ਆਮ ਜੀਵ ਅੱਜ ਕੱਲ੍ਹ ਆਪਾਂ ਗੱਲ ਕਰਦੇ ਹਾਂ ਵੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਖਜ਼ਾਨਾ ਦੇਣਾ ਸੀ, ਸਰੀਰ ਛੱਡਣਾ ਸੀ, ਤੇ ਸ਼ਰਤ ਰੱਖ ਦਿੱਤੀ ਵੀ ਮੁਰਦਾ ਖਾਓ, ਵੀ ਇਹ ਸਾਹਮਣੇ ਮੁਰਦਾ ਪਿਆ ਹੈ, ਇਹ ਖਾਓ। ਤੇ ਬਾਕੀ ਸਾਰੇ ਭੱਜ ਕੇ ਪਿੱਛੇ ਹੋ ਗਏ, ਕਹਿੰਦੇ ਨੇ ਵੀ ਭਾਈ ਲਹਿਣਾ ਜੀ ਕਹਿੰਦੇ ਨੇ ਵੀ ਕਿਹੜੇ ਪਾਸਿਓਂ ਖਾਈਏ। ਇਹ ਤੁਸੀਂ ਕਾਮ ਕਹਾਣੀ ਸੁਣਦੇ ਹੋ। ਹੁਣ ਆਪਾਂ ਗੁਰੂ ਨਾਨਕ ਦੇਵ ਜੀ ਤੋਂ ਹੀ ਪੁੱਛ ਲੈਂਦੇ ਹਾਂ ਵੀ ਕੀ ਤੁਸੀਂ ਇਹ ਕਿਹਾ ਸੀ ਵੀ ਇਹ ਚੀਜ਼ਾਂ ਬਾਰੇ। ਉਹ ਕਹਿੰਦੇ ਨੇ ਵੀ ਇਹ ਤਾਂ ਵਿਸ਼ਾ ਹੀ ਨਹੀਂ ਸੀ ਮੇਰਾ। ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ। ਵੀ ਇਹ ਤਾਂ ਇੱਕ ਲੜਾਈ ਝਗੜੇ ਦਾ ਵਿਸ਼ਾ ਹੈ। ਅਸੀਂ ਗੱਲ ਕਰ ਰਹੇ ਹਾਂ ਅਗਲੇ ਘਰ ਦੀ, ਜਿੱਥੇ ਸਰੀਰ ਛੱਡ ਕੇ ਜਾਣਾ ਹੈ, ਜਿੱਥੇ ਸੁਰਤ ਨੇ ਪਹੁੰਚਣਾ ਹੈ। ਮੋਇਆ ਜਿਤ ਕਰ ਜਾਈਏ ਤਿਤ ਜੀਵ ਦਿਆ ਮਨ ਮਾਰ। ਅਸੀਂ ਤਾਂ ਉਸ ਘਰ ਦੀ ਕਹਾਣੀ ਪਾਈ ਸੀ। ਅਨਹਦ ਸ਼ਬਦ ਸੁਹਾਵਣੇ, ਪਾਈਏ ਗੁਰ ਵਿਚਾਰ। ਅਨਹਤ ਬਾਣੀ ਪਾਈਏ, ਹੋਮੇ ਹੋਏ ਵਿਨਾਸ਼। ਹੁਣ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਵੀ ਹੁਣ ਅਗਲੇ ਘਰ ਵਿੱਚ ਕਿਹੜਾ ਮਿਲਦਾ ਹੈ, ਜਿਹੜਾ ਮੈਨੂੰ ਦੇਹ ਤੋਂ ਵੱਖ ਹੋ ਕੇ ਮਿਲੇਗਾ, ਸੂਖਮ ਰੂਪ ਵਿੱਚ ਮਿਲੇਗਾ। ਜਿੱਥੇ ਸਰੀਰ ਛੱਡ ਕੇ ਜੀਵ ਸੂਖਮ ਰੂਪ ਹੋ ਜਾਂਦਾ ਹੈ, ਉਸ ਦਾ ਇਕੱਲਾ ਮਨ ਰਹਿ ਜਾਂਦਾ ਹੈ, ਤਨ ਇੱਧਰ ਰਹਿ ਜਾਂਦਾ ਹੈ। ਉਹ ਜੋ ਇਲਾਕਾ ਹੈ ਉਸਨੂੰ ਗੁਰਬਾਣੀ ਵਿੱਚ ਸੁੰਨ ਮੰਡਲ ਕਹਿੰਦੇ ਨੇ। ਸੁੰਨ ਮੰਡਲ ਇੱਕ ਜੋਗੀ ਬੈਸੇ, ਨਾਰ ਨਾ ਪੁਰਖ ਕਹੋ ਕਹੋ ਕੈਸੇ। ਜਿੱਥੇ ਨਾ ਕੋਈ ਨਾਰੀ ਹੈ ਨਾ ਕੋਈ ਪੁਰਖ ਹੈ, ਉੱਥੇ ਸਾਡਾ ਰੂਪ ਪ੍ਰਕਾਸ਼ ਰੂਪ ਹੈ, ਜੋਤ ਸਰੂਪ ਹੈ। ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਵੀ ਜਿਹੜਾ ਸਾਨੂੰ ਉੱਧਰ ਮਿਲੇਗਾ ਉਹ ਅਸਲੀ ਸਾਡਾ ਸਿੱਖ ਹੈ, ਜਿਹੜਾ ਜੀਵਤ ਮਰਨਾ ਸਿੱਖ ਗਿਆ, ਜਿਹੜਾ ਦੇਹ ਤੋਂ ਬਦੇਹ ਹੋਣਾ ਸਿੱਖ ਗਿਆ, ਸ਼ਬਦ ਵਿੱਚ ਲੀਨ ਹੋ ਕੇ ਨਿਜ ਘਰ ਵਿੱਚ ਆ ਗਿਆ, ਉਹ ਅਸਲ ਸਿੱਖ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਫਿਰ ਵੀ ਜਿਹੜਾ ਉੱਧਰ ਆਏਗਾ ਉਹ ਇਸ ਗੁਰੂ ਘਰ ਦੇ ਨਾਮ ਦੇ ਖਜ਼ਾਨੇ ਨੂੰ ਅੱਗੇ ਲੈ ਕੇ ਚੱਲ ਸਕਦਾ ਹੈ। ਕਿਉਂਕਿ ਇਹ ਕੋਈ ਪਿਤਾ ਪੁਰਖੀ ਖਜ਼ਾਨਾ ਨਹੀਂ ਹੈ। ਇਹ ਉਸ ਨੂੰ ਮਿਲੇਗਾ ਜਿਹੜਾ ਨਾਮ ਵਿੱਚ ਸਮਾਇਆ ਹੋਇਆ ਮਨ ਹੈ, ਜਿਹੜਾ ਭਗਤੀ ਦੇ ਘਰ ਵਿੱਚ ਪ੍ਰਵੇਸ਼ ਹੋ ਚੁੱਕਾ ਹੈ। ਇਸ ਤਰ੍ਹਾਂ ਹੁਣ ਗੁਰੂ ਨਾਨਕ ਦੇਵ ਜੀ ਨੇ ਜਦੋਂ ਸ਼ਬਦ ਦੀ ਇਹ ਰੱਖਿਆ ਹੈ, ਭੇਤ ਦੇਣਾ ਸ਼ੁਰੂ ਕੀਤਾ ਹੈ, ਤੇ ਸਭ ਤੋਂ ਪਹਿਲਾਂ ਭਾਈ ਲਹਿਣਾ ਜੀ ਇਸ ਅਗੰਮ ਵਿੱਚ ਪ੍ਰਵੇਸ਼ ਹੋ ਗਏ ਨੇ, ਜਿੱਥੇ ਅਸੀਂ ਬਾਅਦ ਵਿੱਚ ਜਾਂਦੇ ਹਾਂ ਸਰੀਰ ਛੱਡ ਕੇ, ਮਰਨਾ ਜਿਸ ਨੂੰ ਆਪਾਂ ਕਹਿੰਦੇ ਹਾਂ ਵੀ ਸਰੀਰ ਇੱਥੇ ਰਹਿ ਜਾਂਦਾ ਹੈ, ਮਨ ਅੱਗੇ ਨਿਕਲ ਜਾਂਦਾ ਹੈ। ਇੱਕ ਗੁਰਮੁਖ ਜਿਉਂਦੇ ਜੀ ਅਭਿਆਸੀ ਜਿਹੜੇ ਹੁੰਦੇ ਨੇ ਉਹ ਸਰੀਰ ਨੂੰ ਛੱਡਣਾ ਸਿੱਖ ਲੈਂਦੇ ਨੇ। ਇਹ ਗੁਰਬਾਣੀ ਵਿੱਚ ਇਹਦੀ ਵਿਚਾਰ ਹੈ, ਜਿਵੇਂ ਫਿਰ ਸਮਾਂ ਮਿਲਿਆ ਆਪਾਂ ਫਿਰ ਦੇਖਾਂਗੇ। ਤੇ ਭਾਈ ਲਹਿਣਾ ਜੀ ਨੇ ਇਸ ਆਕਾਰ ਤੋਂ ਅਗਲੇ ਘਰ ਵਿੱਚ ਪ੍ਰਵੇਸ਼ ਹੋ ਕੇ ਜਦੋਂ ਵਿਚਰੇ ਨੇ, ਉੱਥੇ ਬਚਨ ਉਚਾਰਨ ਕੀਤਾ ਹੈ ਵੀ ਉੱਥੇ ਇਹ ਅੱਖਾਂ ਨਹੀਂ ਹੁੰਦੀਆਂ, ਇਹ ਸਰੀਰ ਨਹੀਂ ਹੁੰਦਾ। ਉੱਥੇ ਜੇ ਬਿਨਾਂ ਅੱਖਾਂ ਤੋਂ ਦੇਖਦਾ ਹੈ, ਬਿਨਾਂ ਪੈਰਾਂ ਤੋਂ ਚੱਲਦਾ ਹੈ, ਬਿਨਾਂ ਜੇਬਾਂ ਤੋਂ ਬੋਲਦਾ ਹੈ, ਤੇ ਉਹ ਤੁਸੀਂ ਪੜ੍ਹਦੇ ਵੀ ਹੋ। ਅੱਖੀਂ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਵਿਣ ਹੱਥਾਂ ਕਰਨਾ, ਜੇਬਾਂ ਬਾਝੋਂ ਬੋਲਣਾ, ਇਉਂ ਜੀਵਤ ਮਰਨਾ। ਨਾਨਕ ਹੁਕਮ ਪਛਾਣ ਕੇ ਤਉ ਖਸਮੇ ਮਿਲਣਾ। ਸੋ ਇੱਥੇ ਜਾ ਕੇ ਜਿਹੜੇ ਗੁਰਮੁਖ ਨੇ ਉਹ ਆਪਦੇ ਘਰ ਪ੍ਰਵੇਸ਼ ਕਰ ਜਾਂਦੇ ਨੇ, ਜੀਵਨ ਮੁਕਤ ਹੋ ਜਾਂਦੇ ਨੇ। ਉਹਨਾਂ ਦਾ ਇਸ ਸੰਸਾਰ ਦੇ ਵਿੱਚ ਆਇਆ ਹੋਇਆ ਸਫਲਾ ਹੋ ਜਾਂਦਾ ਹੈ, ਤੇ ਉਹੀ ਅਸਲੀ ਗੁਰੂ ਨਾਨਕ ਦੇ ਘਰ ਦੇ ਵਾਰਸ ਨੇ, ਜਿਹੜੇ ਨਾਮ ਦੇ ਨਾਲ ਜੁੜ ਜਾਂਦੇ ਨੇ, ਨਾਮ ਦੀ ਕਮਾਈ ਕਰ ਲੈਂਦੇ ਨੇ। ਸੋ ਇੰਨੀਆਂ ਹੀ ਬੇਨਤੀਆਂ ਨੇ। ਸਮੇਂ ਦੀ ਤਕਰੀਬਨ ਸਮਾਪਤੀ ਹੈ। ਫਿਰ ਸਮਾਂ ਮਿਲਿਆ ਫਿਰ ਦਰਸ਼ਨ ਕਰਾਂਗੇ। ਬਾਣੀ ਗੁਰੂ ਅਥਾਹ ਹੈ, ਖਜ਼ਾਨਾ ਬੇਅੰਤ ਹੈ। ਕੋਈ ਵੀ ਸ਼ਬਦ ਬਾਣੀ ਗੁਰੂ ਦੀ ਵਿਚਾਰ ਕਰਦਿਆਂ ਹੋਇਆਂ ਗਲਤ ਬੋਲਿਆ ਗਿਆ ਹੋਵੇ, ਸੰਗਤ ਤੇ ਗੁਰੂ ਬਖਸ਼ਣਯੋਗ ਹੈ, ਬਖਸ਼ ਦੇਣਾ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ।